ए मेला चार दहाड़े दा, ए मेला चार दहाड़े दा, कुछ हासे दा कुछ हाड़े दा, ए मेला चार दहाड़े दा, ए मेला चार दहाड़े दा। जिन्नियां भी तकदीरां कर ले मौत विछोड़ा पाउणा ए, कोई मिट्टी दे पावे दे एक दिन मिट्टी दे विच जाना ए। जिन्नियां भी तकदीरां कर ले मौत विछोड़ा पाउणा ए, कोई मिट्टी दे पावे दे एक दिन मिट्टी दे विच जाना ए। पता नहीं उस दहाड़े दा, ओए ए मेला चार दहाड़े दा, ओए ए मेला चार दहाड़े दा। जे तौबा तो कतरावेगा ते अपनी जान गवावेगा, ना अच्छे फल ले आवेगा फिर की में जान बचावेगा। जे तौबा तो कतरावेगा ते अपनी जान गवावेगा, ना अच्छे फल ले आवेगा फिर की में जान बचावेगा। फिर पता नहीं उस दहाड़े दा, ओए ए मेला चार दहाड़े दा, ओए ए मेला चार दहाड़े दा। माल मता सब साथी तेरा कम न तेरा आउणा ए, ओए सज्जणा मित्रा भैण भरावां आखिर नूं छड्ड जाना ए। माल मता सब साथी तेरा कम न तेरा आउणा ए, ओए सज्जणा मित्रा भैण भरावां आखिर नूं छड्ड जाना ए। साथ है चार दहाड़े दा, ओए ए मेला चार दहाड़े दा, ओए ए मेला चार दहाड़े दा। इक्को यसू सज्जन प्यारा प्यार दा अमृत धारा ए, ओए ओढ़ती कर साथी तेरा सच्चा एक सहारा ए। इक्को यसू सज्जन प्यारा प्यार दा अमृत धारा ए, ओए ओढ़ती कर साथी तेरा सच्चा एक सहारा ए। कुछ सोच ल हशर दहाड़े दा, ओए ए मेला चार दहाड़े दा, ओए ए मेला चार दहाड़े दा। कुछ हासे दा कुछ हाड़े दा, ओए ए मेला चार दहाड़े दा, ओए ए मेला चार दहाड़े दा। थैंक यू जी, थैंक यू वेरी मच। आपने भैणो भरावो आपने बहुत अच्छा गाना सुनिਆ। ਚਲੋ ਅੱਜ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਇਹ ਜਿਹੜਾ ਗਾਣਾ ਇਹਨਾਂ ਨੇ ਲਿਖਿਆ ਸੀ, ਸਾਰਿਆਂ ਨਾਲੋਂ ਪਹਿਲਾਂ ਤਾਂ ਸਾਨੂੰ ਤੁਸੀਂ ਇਹ ਦੱਸੋ ਵੀ ਇਹ ਜਿਸ ਟਾਈਮ ਤੁਸੀਂ ਇਹ ਗਾਣਾ ਲਿਖਿਆ ਸੀ, ਕੀ ਉਸ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਜਾਂ ਮਨ ਦੇ ਵਿੱਚ ਕਿੱਦਾਂ ਦਾ ਕੋਈ ਖਿਆਲ ਸੀ? ਐਕਚੁਅਲੀ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਗੀਤ ਮੇਰਾ ਨਹੀਂ ਲਿਖਿਆ ਹੋਇਆ, ਕਿਸੇ ਹੋਰ ਦਾ ਲਿਖਿਆ ਹੈ ਜਿਹਦਾ ਮੈਂ ਗਾਇਆ ਹੈਗਾ। ਕਿ ਇਹ 'ਚ ਇੱਕ ਬੜੀ ਹਕੀਕਤ ਹੈ ਕਿ ਇਹ ਮੇਲਾ ਚਾਰ ਦਹਾੜੇ ਦਾ, कुछ हासे का कुछ हाड़े का, इस बड़ी हकीकत सैमुअल सर पाई जाती हैगी।
ਅਸੀਂ ਸਾਰੇ ਹੀ ਜੋ ਇਹਨੂੰ ਅੱਜ ਪ੍ਰੋਗਰਾਮ ਨੂੰ ਵੇਖ ਰਹੇ ਹਾਂ, ਸੁਣ ਰਹੇ ਹਾਂ, ਜਾਣਦੇ ਹਾਂ ਕਿ ਇੱਕ ਦਿਨ ਮੌਤ ਨੇ ਵਿਛੋੜਾ ਪਾਉਣਾ ਹੈ। ਅਸੀਂ ਜ਼ਿੰਦਗੀ ਦੇ ਹਿੱਸੇ ਕਿਸੇ ਵੀ ਹਿੱਸੇ ਵਿੱਚ ਕਿਉਂ ਨਾ ਹੋਈਏ, ਇੱਕ ਨਾ ਇੱਕ ਦਿਨ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿਣਾ ਹੈ। ਜੀ ਬਹੁਤ ਅੱਛੇ ਖਿਆਲ ਤੁਸੀਂ ਇਹਦੇ ਵਿੱਚ ਪੇਸ਼ ਕੀਤੇ ਹਨ। ਇਹਦੇ ਵਿੱਚ ਮੈਂ 2-3 ਵਰਸਾਂ ਸੁਣ ਰਿਹਾ ਸੀ ਵੀ ਦੁਨੀਆ ਦੇ ਚੱਕਰਾਂ ਝਮੇਲਿਆਂ ਦੇ ਵਿੱਚ ਤੁਸੀਂ ਕਿਉਂ ਪਏ ਆ, ਤੇ ਇਹਦੇ ਬਾਰੇ ਤੁਸੀਂ ਇਸ ਗੱਲ ਨੂੰ ਤੁਸੀਂ ਜਦ ਇਸ ਗੱਲ ਦਾ ਜ਼ਿਕਰ ਕੀਤਾ ਤੇ ਇਸ ਦਾ ਤੁਸੀਂ ਬਾਈਬਲ ਦੇ ਹਵਾਲੇ ਦੇ ਨਾਲ ਕਿਸ ਤਰ੍ਹਾਂ ਲਿੰਕ ਕਰਦੇ ਹੋ ਇਸ ਗੱਲ ਨੂੰ? ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਆਮ ਦੁਨੀਆ ਵਿੱਚ ਕੋਈ ਵੀ ਇਨਸਾਨ ਮੌਤ ਦੇ ਬਾਰੇ ਕੁਝ ਸੁਣਨਾ ਹੀ ਨਹੀਂ ਚਾਹੁੰਦਾ, ਮੌਤ ਦੇ ਬਾਰੇ ਕੁਝ ਦੇਖਣਾ ਹੀ ਨਹੀਂ ਚਾਹੁੰਦਾ। ਪਰ ਲੇਕਿਨ ਇਹ ਹਕੀਕਤ ਹੈ ਕਿ ਇੱਕ ਨਾ ਇੱਕ ਦਿਨ ਅਸੀਂ ਇਹਦਾ ਸਾਹਮਣਾ ਜ਼ਰੂਰ ਕਰਾਂਗੇ। ਅਸੀਂ ਬੇਸ਼ੱਕ ਉਸ ਨੂੰ ਪਸੰਦ ਕਰੀਏ ਜਾਂ ਨਾ ਕਰੀਏ, ਜ਼ਿੰਦਗੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਉਂ ਨਾ ਹੋਈਏ, ਕਿਉਂਕਿ ਜੋ ਇਨਸਾਨ ਇਸ ਮਾਂ ਦੇ ਪੇਟ ਤੋਂ ਪੈਦਾ ਹੋਇਆ ਉਹਨੇ ਇਸ ਸੰਸਾਰ ਨੂੰ ਇੱਕ ਦਿਨ ਛੱਡਣਾ ਹੈ। ਅਸੀਂ ਸਾਰੇ ਇੱਕ ਐਸੀ ਲਾਈਨ ਦੇ ਵਿੱਚ ਲੱਗੇ ਹੋਏ ਹਾਂ, ਔਰ ਜਦੋਂ ਉਹਦਾ ਬੁਲਾਵਾ ਆਉਂਦਾ ਹੈ ਤੇ ਕੋਈ ਵੀ ਇਨਸਾਨ ਨਾ ਤਾਂ ਕੋਈ ਦੁਨੀਆ ਦਾ ਡਾਕਟਰ, ਦੁਨੀਆ ਦਾ ਸਾਇੰਟਿਸਟ ਕੁਝ ਵੀ ਨਹੀਂ ਕਰ ਸਕਦਾ। ਅਸੀਂ ਆਖਰਕਾਰ ਸਾਨੂੰ ਉਸ ਦੇ ਪਾਣੇ ਨੂੰ ਮਨਾਉਣਾ ਪੈਂਦਾ ਹੈ, ਇਹ ਦੁਨੀਆ ਨੂੰ ਗੁੱਡ ਬਾਏ ਕਰਨਾ ਹੀ ਪੈਂਦਾ ਹੈ। ਅਸੀਂ ਕੁਝ ਚੰਦ ਦਿਨ ਹੋਏ 12 ਤਾਰੀਖ ਇਸੇ ਮਹੀਨੇ ਦੀ ਸਾਡੇ ਇੰਡੀਆ ਦੇ ਬੜੇ ਮਸ਼ਹੂਰ ਪਹਿਲਵਾਨ ਦਾਰਾ ਸਿੰਘ ਜੋ ਇਸ ਫਾਨੀ ਜਹਾਨ 'ਚੋਂ ਕੂਚ ਕਰ ਗਏ, ਉਹ ਇਹ ਬੜੇ ਸ਼ਕਤੀਸ਼ਾਲੀ ਇਨਸਾਨ ਸਨ, ਲੇਕਿਨ ਮੌਤ ਦੇ ਕੋਲੋਂ ਹਾਰ ਗਏ। ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਉਹਨੂੰ ਜਿੱਤ ਨਾ ਸਕੇ, ਲੇਕਿਨ ਇੱਕ ਦਿਨ ਟਾਈਮ ਆਇਆ ਕਿ ਉਹ ਮੌਤ ਦੇ ਕੋਲੋਂ ਹੀ ਹਾਰ ਗਏ। 5 ਦਿਨ ਹਸਪਤਾਲ ਦੇ ਵਿੱਚ ਰਹਿੰਦਿਆਂ ਹੋਇਆ ਉਹਨਾਂ ਮੌਤ ਦੇ ਨਾਲ ਕੁਸ਼ਤੀ ਲੜਦੇ ਰਹੇ, ਔਰ ਆਖਰਕਾਰ ਮੌਤ ਨੇ ਉਹਨੂੰ ਜਿੱਤ ਲਿਆ। ਤੇ ਇਸੇ ਹੀ ਤਰ੍ਹਾਂ ਅਸੀਂ ਸਾਰੇ ਹੀ ਜ਼ਿੰਦਗੀ ਦੇ ਵਿੱਚ ਕਿਉਂ ਕਿਸ ਵੀ ਪੋਜੀਸ਼ਨ ਦੇ ਵਿੱਚ ਕਿਉਂ ਨਾ ਹੋਈਏ, ਅਸੀਂ ਪ੍ਰਾਈਮ ਮਿਨਿਸਟਰ ਹੋ ਸਕਦੇ ਹੈ ਕਿ ਈਵਨ ਬਾਦਸ਼ਾਹ ਵੀ ਹੋ ਸਕਦਾ ਹੈ, ਲੇਕਿਨ ਬਾਦਸ਼ਾਹ ਤੋਂ ਲੈ ਕੇ ਇੱਕ ਆਮ ਇਨਸਾਨ ਤੱਕ ਹਰ ਇੱਕ ਨੇ ਇਸ ਦੁਨੀਆ ਨੂੰ ਛੱਡਣਾ ਹੈ, ਹਰ ਇੱਕ ਨੇ ਇਸ ਦੁਨੀਆ ਤੋਂ ਜਾਣਾ ਹੈ। ਦਾਰਾ ਸਿੰਘ ਵਰਗੇ ਇਨਸਾਨ ਜੋ ਇਸ ਦੁਨੀਆ 'ਚ ਨਹੀਂ ਰਹੇ, ਅਗਰ ਇਨਸਾਨ ਜਿੰਨੇ ਬਹੁਤ ਸਾਰੇ ਵਿਦਵਾਨ ਲੋਕ ਜਿਹੜੇ ਬਹੁਤ ਸ਼ਕਤੀਸ਼ਾਲੀ ਇਨਸਾਨ ਇਸ ਦੁਨੀਆ ਦੇ ਵਿੱਚ ਆਏ, ਅਗਰ ਉਹਨਾਂ ਦੇ ਵੱਸ ਵਿੱਚ ਹੁੰਦਾ ਤੇ ਉਹ ਇਸ ਦੁਨੀਆ 'ਚੋਂ ਕਦੀ ਵੀ ਨਾ ਜਾਂਦੇ। ਅੱਜ ਬਹੁਤ ਸਾਰੇ ਲੋਕ ਹੈ, ਕੋਈ ਵੀ ਇਸ ਦੁਨੀਆ 'ਚ ਜਾਣਾ ਪਸੰਦ ਨਹੀਂ ਕਰਦਾ, ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਇਸ ਸੰਸਾਰ ਨੂੰ ਛੱਡਾਂ, ਲੇਕਿਨ ਇੱਕ ਦਿਨ ਆਉਂਦਾ ਹੈ, ਇੱਕ ਸਮਾਂ ਆਉਂਦਾ ਹੈ ਜ਼ਿੰਦਗੀ ਦੇ ਵਿੱਚ ਕਿ ਜਦੋਂ ਇਹ ਸਾਂਸ ਜਿਹੜਾ ਆਖਰੀ ਸਾਂਸ ਉਹ ਖਤਮ ਹੋ ਜਾਂਦਾ ਹੈ ਤੇ ਸਾਡੀ ਜ਼ਿੰਦਗੀ ਦਾ ਦੀਵਾ ਜੋ ਬੁਝ ਜਾਂਦਾ ਹੈ ਤੇ ਸਾਨੂੰ ਇਸ ਸੰਸਾਰ ਨੂੰ ਅਲਵਿਦਾ ਕਹਿਣਾ ਹੀ ਪੈਂਦਾ ਹੈ। ਬੇਸ਼ੱਕ ਅਸੀਂ ਇਸ ਨੂੰ ਪਸੰਦ ਕਰੀਏ ਨਾ ਕਰੀਏ, ਪਰ ਲੇਕਿਨ ਅਗਰ ਮੌਤ ਜਿਹੜੀ ਹੈਗੀ ਇਹ ਸੱਚਾਈ ਹੈ, ਹਕੀਕਤ ਹੈ, ਇਸ ਨੂੰ ਇੱਕ ਦਿਨ ਜਾਣਾ ਹੀ ਪੈਂਦਾ। ਹਰ ਇਨਸਾਨ ਨੂੰ ਇਸ ਸੰਸਾਰ ਨੂੰ ਛੱਡਣਾ ਹੀ ਪੈਂਦਾ ਹੈ। ਤੇ ਇਸ ਲਈ ਤੇ ਜੋ ਤੁਸੀਂ ਮੈਨੂੰ ਸਵਾਲ ਕੀਤਾ ਹੈ ਕਿ ਪਰਮੇਸ਼ਰ ਦੀ ਬਾਣੀ ਪਵਿੱਤਰ ਬਾਈਬਲ ਵਿੱਚ ਇਸ ਦਾ ਮੌਤ ਦੇ ਬਾਰੇ ਕੀ ਆਖਿਆ ਗਿਆ, ਮੈਂ ਦੱਸਣਾ ਚਾਹੁੰਦਾ ਕਿ ਮੌਤ ਜਦੋਂ ਪਰਮੇਸ਼ਰ ਨੇ ਫਸਟ ਇਨਸਾਨ ਨੂੰ ਬਣਾਇਆ ਤੇ ਉਸ ਨੂੰ ਮਰਨ ਦੇ ਲਈ ਨਹੀਂ ਬਣਾਇਆ ਸੀ, ਉਸ ਨੂੰ ਹਮੇਸ਼ਾ ਦੇ ਲਈ ਜਿਉਂਦਾ ਰਹਿਣ ਦੇ ਲਈ। ਜੋ ਪਹਿਲਾ ਇਨਸਾਨ ਅਸੀਂ ਸਾਰੇ ਜਾਣਦੇ ਹਾਂ ਐਡਮ ਐਂਡ ਈਵ ਇੰਗਲਿਸ਼ 'ਚ ਕਹਿੰਦੇ ਹੈਗੇ, ਔਰ ਹਿੰਦੀ, ਉਰਦੂ, ਪੰਜਾਬੀ ਦੇ ਵਿੱਚ ਆਦਮ ਹਵਾ ਕਿਹਾ ਜਾਂਦਾ ਹੈ, ਠੀਕ ਹੈ। ਪਰ ਲੇਕਿਨ ਉਹ ਇਨਸਾਨ ਪਰਮੇਸ਼ਵਰ ਨੇ ਜਦ ਪਹਿਲੇ ਇਨਸਾਨ ਨੂੰ ਬਣਾਇਆ ਤੇ ਉਹਨੂੰ ਪਰਮੇਸ਼ਰ ਦੀ ਬਾਣੀ ਪਵਿੱਤਰ ਬਾਈਬਲ ਦੱਸਦੀ ਹੈ ਕਿ ਉਸ ਨੂੰ ਮਰਨ ਦੇ ਲਈ ਨਹੀਂ ਬਣਾਇਆ ਸੀ, ਉਸ ਨੂੰ ਹਮੇਸ਼ਾ ਦੇ ਲਈ ਜਿਉਂਦਾ ਰਹਿਣ ਦੇ ਲਈ ਬਣਾਇਆ ਜੀ। ਇਸੇ ਤਰ੍ਹਾਂ ਤੇ ਲੇਕਿਨ ਕੀ ਹੋਇਆ ਕਿ ਜੋ ਇਨਸਾਨ ਬਹੁਤ ਦੇਰ ਪਰਮੇਸ਼ਵਰ ਦੇ ਨਾਲ ਚੱਲ ਨਾ ਸਕਿਆ, ਔਰ ਇੱਕ ਦਿਨ ਐਸਾ ਆਇਆ ਕਿ ਉਸਨੇ ਇੱਕ ਮੌਤ ਦੇ ਸ਼ੈਤਾਨ ਦੇ ਭੁਲੇਖੇ ਦੇ ਵਿੱਚ ਆ ਕੇ ਮੌਤ ਨੂੰ ਦਾਵਤ ਦੇ ਲਈ, ਔਰ ਉਹ ਹਮੇਸ਼ਾ ਲਈ ਇਨਸਾਨ ਜੋ ਪਰਮੇਸ਼ਵਰ ਦੇ ਕੋਲੋਂ ਜੁਦਾ ਹੋ ਗਿਆ। ਤੇ ਉਸ ਮੌਤ ਦਾ ਕਾਰਨ ਅੱਜ ਇਹ ਡੈਥ ਜਿਹੜੀ ਦੁਨੀਆ ਦੇ ਵਿੱਚ ਆਈ ਗਈ, ਉਹ ਮੌਤ ਦਾ ਸਵਾਦ ਹਰ ਕੋਈ ਚੱਖ ਰਿਹਾ ਹੈ। ਇਹ ਕਾਫੀ ਦੇਰ ਹੋਈ ਮੈਂ ਇੱਕ ਆਰਟੀਕਲ ਲਿਖਿਆ ਪੰਜਾਬੀ ਦੇ ਵਿੱਚ ਕਿ ਮੌਤ ਦਾ ਡੰਗ, ਔਰ ਉਸ ਵਿੱਚ ਮੈਂ ਬਹੁਤ ਕੁਝ ਚੀਜ਼ਾਂ ਦੱਸੀਆਂ ਕਿ ਇਹ ਡੰਗ ਜਿਹੜਾ ਮੌਤ ਦਾ ਡੰਗ ਹੈਗਾ ਉਹ ਹਰ ਇੱਕ 'ਤੇ ਲਾਗੂ ਹੈ। ਹਰ ਇੱਕ ਨੇ ਉਸ ਮੌਤ ਦਾ ਸਵਾਦ ਇੱਕ ਨਾ ਇੱਕ ਦਿਨ ਚੱਖਣਾ ਹੈ,
ਕਿਉਂਕਿ ਪਰਮੇਸ਼ਰ ਦੀ ਬਾਣੀ ਦੱਸਦੀ ਹੈ ਕਿ ਪਾਪ ਦੀ ਮਜ਼ਦੂਰੀ ਜਿਹੜੀ ਹੈਗੀ ਉਹ ਮੌਤ ਹੈ ਨਾ। ਦ ਵੇਜਸ ਆਫ ਸਿਨ ਇਜ਼ ਡੈਥ ਬਟ ਦ ਗਿਫਟ ਆਫ ਗਾਡ ਇਜ਼ ਐਵਰ ਲਾਸਟਿੰਗ ਲਾਈਫ। ਔਰ ਦੈਟ ਮੀਨਸ ਕਿ ਜਿੰਨੇ ਵੀ ਇਸ ਦੁਨੀਆ ਵਿੱਚ ਆਏ ਹਾਂਗੇ ਅਸੀਂ ਸਾਰੇ ਮੌਤ ਦੇ ਵਿੱਚ ਪੈਦਾ ਹੋਏ ਹਾਂ, ਔਰ ਮੌਤ ਦਾ ਡੰਗ ਪਰਮੇਸ਼ਰ ਦੀ ਬਾਣੀ ਦੱਸਦੀ ਹੈਗੀ ਆ ਉਹ ਮੌਤ ਹੈ ਜੀ, ਹੈ ਨਾ। ਤੇ ਇਸ ਲਈ ਅਸੀਂ ਸਭ ਨੇ ਉਸ ਮੌਤ ਦੇ ਵਿੱਚ ਦੀ ਗੁਜ਼ਰਨਾ ਹੈ, ਇੱਕ ਨਾ ਇੱਕ ਦਿਨ ਅਸੀਂ ਉਹਨੂੰ ਜਾਣਾ ਹੈ। ਅੱਜ ਅਸੀਂ ਆਮ ਲੋਕ ਵੇਖ ਰਹੇ ਹਾਂ, ਜਦੋਂ ਇਨਸਾਨ ਥੋੜ੍ਹੇ ਜਿਹੇ ਬੁਢੇਪੇ ਦੇ ਵਿੱਚ ਆ ਜਾਂਦਾ ਹੈਗਾ ਤਾਂ ਉਹਨੂੰ ਐਕਸਪੈਕਟ ਕੀਤਾ ਜਾਂਦਾ ਕਿ ਵੀ ਹੁਣ ਇਹਦੀ ਉਮਰ ਕਾਫੀ ਹੋ ਗਈ ਹੈ, ਲੇਕਿਨ ਮੌਤ ਦਾ ਕੋਈ ਟਾਈਮ ਨਹੀਂਗਾ। ਅੱਜ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਸਾਡੇ ਦੇਖਣ ਵਾਲੇ ਵੀ ਜਾਣਦੇ ਆ ਕਿ ਦੁਨੀਆ ਦੇ ਵਿੱਚੋਂ ਹਰ ਰੋਜ਼ ਲੋਕ ਆਪਣੀ ਜਵਾਨੀ ਦੇ ਵਿੱਚ ਜਾ ਰਹੇ ਹੈਗੇ ਆ, ਆਪਣੀ ਮਿਡ ਏਜ ਦੇ ਵਿੱਚ ਜਾ ਰਹੇ, ਬਚਪਨ ਦੇ ਵਿੱਚ ਜਾ ਰਹੇ ਹੈਗੇ ਆ। ਹਰ ਏਜ ਦੇ ਮੁਤਾਬਕ ਇਨਸਾਨ ਇਸ ਦੁਨੀਆ 'ਚ ਜਾ ਰਿਹਾ ਹੈਗਾ। ਪਰ ਲੇਕਿਨ ਸਾਡੇ ਸਾਰਿਆਂ ਦੇ ਅੱਗੇ ਬਹੁਤ ਵੱਡਾ ਇੱਕ ਸਵਾਲ ਰੱਖਿਆ ਜਾਂਦਾ ਹੈ, ਉਹ ਇਹ ਆ ਕਿ ਮੈਂ ਕਿੱਥੇ ਜਾ ਰਿਹਾ ਹਾਂ। ਅੱਜ ਮੈਂ ਇਸ ਦੁਨੀਆ 'ਚੋਂ ਚਲੇ ਜਾਵਾਂ ਤੇ ਮੈਂ ਕਿੱਥੇ ਜਾਊਂਗਾ। ਦੈਟਸ ਦ ਬਿਗੇਸਟ ਕੁਐਸਚਨ ਸਾਨੂੰ ਸਾਰਿਆਂ ਨੂੰ ਆਪਣੇ ਆਪ ਦੇ ਕੋਲੋਂ ਪੁੱਛਣ ਦੀ ਲੋੜ ਹੈਗੀ ਆ, ਔਰ ਮੈਨੂੰ ਵੀ ਆਪਣੇ ਕੋਲ ਪੁੱਛਣ ਦੀ ਲੋੜ ਹੈਗੀ ਕਿ ਮੈਂ ਕਿੱਥੇ ਜਾ ਰਿਹਾ ਹਾਂ। ਅੱਜ ਬਹੁਤ ਸਾਰੇ ਲੋਕ ਅਗਰ ਪੁੱਛਿਆ ਜਾਵੇ ਤਾਂ ਉਹਦਾ ਜਵਾਬ ਇਹੀ ਦੇਣਗੇ ਕਿ ਕਿਸੇ ਨੂੰ ਵੀ ਪਤਾ ਨਹੀਂ। ਭੈਣ ਤੇ ਭਾਈਓ, ਅਗਰ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤੁਸੀਂ ਖਤਰੇ ਦੇ ਵਿੱਚ ਹੋ, ਤੁਸੀਂ ਗੁਆਚੇ ਹੋਏ ਹੋ, ਔਰ ਯਿਸੂ ਮਸੀਹ ਗੁਆਚੇ ਹੋਏ ਨੂੰ ਹੀ ਲੱਭਣ ਦੇ ਲਈ ਆਇਆ ਹੈ। ਜਿਸ ਤਰ੍ਹਾਂ ਕਿ ਅਸੀਂ ਸਟੂਡੀਓ ਦੇ ਵਿੱਚ ਮੈਂ ਤੇ ਭਾਈ ਪੀਟਰ ਆਏ ਹੈਗੇ, ਅਗਰ ਸਾਨੂੰ ਇਸ ਸਟੂਡੀਓ ਦਾ ਐਡਰੈਸ ਨਾ ਪਤਾ ਹੁੰਦਾ ਕਿ ਅਸੀਂ ਸਟੂਡੀਓ ਕਿੱਥੇ ਹੈ, ਕਿੱਥੇ ਜਾਣਾ ਹੈਗਾ, ਤੇ ਅਸੀਂ ਪਹੁੰਚਣਾ ਸਾਡੀ ਮੁਸ਼ਕਿਲ ਬਣ ਸਕਦਾ। ਠੀਕ ਹੈ, ਇਸ ਲਈ ਹੁੰਦਾ ਕਿ ਸਾਡੇ ਕੋਲ ਅੱਜ ਕੱਲ੍ਹ ਸੈਟ ਉਹਦੇ ਵਿੱਚ ਆਪਣਾ ਪੋਸਟ ਕੋਡ ਪਾ ਦਿੰਦੇ ਅਤੇ ਅਸੀਂ ਜਿਸ ਵੀ ਡੈਸਟੀਨੇਸ਼ਨ ਦੀ ਜਗ੍ਹਾ 'ਤੇ ਜਾਣਾ ਹੁੰਦਾ ਉਸ ਜਗ੍ਹਾ 'ਤੇ ਬੜੀ ਆਸਾਨੀ ਨਾਲ ਪਹੁੰਚ ਜਾਂਦੇ ਹੈਗੇ। ਅਤੇ ਇਸੇ ਹੀ ਤਰ੍ਹਾਂ ਅਸਮਾਨ ਦੇ ਵਿੱਚ ਜਾਣ ਦੇ ਲਈ ਵੀ ਇੱਕ ਨੈਵੀਗੇਟ ਦੀ ਜ਼ਰੂਰਤ ਹੈਗੀ ਆ, ਸੈਟ ਨੈਵ ਦੀ ਜ਼ਰੂਰਤ ਹੈਗੀ ਆ। ਔਰ ਉਹ ਸੈਟ ਨੈਵ ਜਦੋਂ ਅਸੀਂ ਫਿੱਟ ਕਰ ਲੈਂਦੇ ਹਾਂ, ਸੈੱਟ ਕਰ ਲੈਂਦੇ ਹੈਗੇ ਆ, ਅਤੇ ਪਰਮੇਸ਼ਵਰ ਦੀ ਬਾਣੀ ਪਵਿੱਤਰ ਬਾਈਬਲ ਸੰਦੇਸ਼ ਦੱਸਦੀ ਹੈਗੀ ਆ ਕਿ ਜਦੋਂ ਅਸੀਂ ਉੱਥੇ ਪਹੁੰਚਦੇ ਹੈਗੇ ਅਤੇ ਸਾਨੂੰ ਇਸੇ ਤਰ੍ਹਾਂ ਸੁਣਨ 'ਚ ਆਏਗਾ, ਯੂ ਹੈਵ ਰੀਚ ਯੂਰ ਡੈਸਟੀਨੇਸ਼ਨ। ਅਤੇ ਉਸ ਡੈਸਟੀਨੇਸ਼ਨ 'ਤੇ ਪਹੁੰਚਣ ਦੇ ਲਈ ਸਾਨੂੰ ਕੀ ਕਰਨਾ ਹੈ? ਸਾਨੂੰ ਪਰਮੇਸ਼ਰ ਦੀ ਬਾਣੀ ਦੱਸਦੀ ਹੈਗੀ, ਪਰਮੇਸ਼ਰ ਦਾ ਕਲਾਮ ਦੱਸਦਾ ਕਿ ਸਾਨੂੰ ਕੁਝ ਕਰਨ ਦੀ ਲੋੜ ਹੈ। ਵੀ ਨੀਡ ਟੂ ਡੂ ਸਮਥਿੰਗ। ਸ਼ਾਇਦ ਤੁਸੀਂ ਪੁੱਛੋਗੇ ਉਹ ਕੀ ਚੀਜ਼ ਹੈ ਜਿਹੜੀ ਸਾਨੂੰ ਕਰਨ ਦੀ ਲੋੜ ਹੈ, ਹਰ ਇੱਕ ਸ਼ਖਸ ਨੂੰ ਕਰਨ ਦੀ ਲੋੜ ਹੈ। ਜੀ, ਮੈਂ ਤੁਹਾਨੂੰ ਪੁੱਛਣ ਵਾਲਾ ਸੀ ਪਹਿਲਾਂ ਤਾਂ ਵੀ ਇਹ ਤੁਸੀਂ ਜਿਹੜੀ ਸਾਨੂੰ ਇਹ ਗਾਣੇ ਦੇ ਹਿਸਾਬ ਦੇ ਵਿੱਚ ਜੋ ਕੁਛ ਤੁਸੀਂ ਲਿਖਿਆ, ਜਿਹੜੀਆਂ ਲਾਈਨਾਂ ਲਿਖੀਆਂ ਹੈ, ਇਹ ਇੱਕ ਦੁਨਿਆਵੀ ਮੌਤ ਦੀ ਗੱਲ ਹੈ ਇਹਦੇ ਵਿੱਚ ਜੀ। ਤੇ ਇਹਦੇ ਵਿੱਚ ਜਿਹੜੀ ਕੀ ਇਸ ਮੌਤ ਤੋਂ ਬਾਅਦ ਕੋਈ ਹੋਰ ਮੌਤ ਦੀ ਵੀ ਕੋਈ ਜ਼ਿਕਰ ਹੈ? ਜੀ ਹਾਂ, ਦੇਖੋ ਇਨਸਾਨ ਦੁਨੀਆ ਦੇ ਵਿੱਚ ਆਉਂਦਾ ਹੈਗਾ ਬੋਰਨ ਵਨਸ ਜੀ, ਬਟ ਡਾਈ ਟਵਾਈਸ। ਇਹਦੇ ਬਾਰੇ ਥੋੜੀ ਜਿਹੀ ਰੋਸ਼ਨੀ ਪਾਓ ਪਲੀਜ਼। ਜੀ ਹਾਂ, ਇਹ ਹੈ ਕਿ ਇਨਸਾਨ ਜਿਹੜਾ ਇੱਕ ਤਾਂ ਦੁਨਿਆਵੀ ਮੌਤ ਹੈਗੀ ਆ, ਉਹ ਹਰ ਇੱਕ ਨੂੰ ਉਹਦਾ ਸਾਹਮਣਾ ਕਰਨਾ ਹੈ। ਅਸੀਂ ਉਸ ਨੂੰ ਪਸੰਦ ਕਰੀਏ ਜਾਂ ਨਾ ਕਰੀਏ, ਇੱਕ ਨਾ ਇੱਕ ਦਿਨ ਅਸੀਂ ਉਹਦਾ ਸਵਾਦ ਚੱਖਣਾ ਹੈਗਾ। ਲੇਕਿਨ ਸਵਾਲ ਸਾਡੇ ਅੱਗੇ ਰੱਖਿਆ ਜਾਂਦਾ ਹੈ ਕਿ ਦੂਸਰੀ ਮੌਤ ਦਾ, ਕਿ ਉਹ ਮੌਤ ਕਿਹੜੀ ਹੈ, ਉਹ ਕਿਹੜਾ ਉਸ ਜਗ੍ਹਾ 'ਤੇ ਜਾਵੇਗਾ, ਹੈ ਨਾ, ਔਰ ਕਿਹੜਾ ਉਸ ਮੌਤ ਤੋਂ ਬਚਾਇਆ ਜਾ ਸਕਦਾ ਹੈ। ਸੈਕੰਡ ਡੈਥ ਦੇ ਕੋਲੋਂ ਪਹਿਲੀ ਮੌਤ ਨੂੰ ਅਸੀਂ, ਜਿਸ ਤਰ੍ਹਾਂ ਮੈਂ ਆਖਿਆ ਕਿ ਅਸੀਂ ਸਾਰਿਆਂ ਨੇ ਉਹਦਾ ਸਾਹਮਣਾ ਕਰਨਾ ਹੈ, ਪਰ ਲੇਕਿਨ ਸੈਕੰਡ ਡੈਥ ਜਿਹੜੀ ਹੈਗੀ ਆ ਉਹ ਤੋਂ ਅਸੀਂ ਬਚ ਸਕਦੇ ਹਾਂ। ਔਰ ਉਹ ਇਹ ਹੈ ਕਿ ਸਾਨੂੰ ਕੁਛ ਨਾ ਕੁਛ ਕਰਨਾ ਪੈਂਦਾ ਹੈ। ਉਸ ਨੂੰ ਪ੍ਰਭੂ ਯਿਸੂ ਮਸੀਹ ਦੇ ਉੱਤੇ ਨਿਹਚਾ ਤੇ ਯਕੀਨ ਕਰਨਾ ਹੈ, ਅਤੇ ਅਸੀਂ ਆਪਣੇ ਪਾਪਾਂ ਤੋਂ ਛੁਟਕਾਰਾ ਪਾਉਣਾ ਹੈ, ਪਾਪਾਂ ਤੋਂ ਤੌਬਾ ਕਰਨੀ ਹੈ, ਅਤੇ ਫਿਰ ਅਸੀਂ ਉਹਦੇ ਰਾਜ ਦੇ ਅਧਿਕਾਰੀ ਹੋ ਸਕਦੇ ਹਾਂ। ਕਿਉਂਕਿ ਯਿਸੂ ਮਸੀਹ ਨੇ ਆਖਿਆ ਕਿ ਰਾਹ, ਹੱਕ ਅਤੇ ਜ਼ਿੰਦਗੀ ਮੈਂ ਹਾਂ, ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਪਰਮੇਸ਼ਵਰ ਦੇ ਕੋਲ ਪਹੁੰਚ ਹੀ ਨਹੀਂ ਸਕਦਾ, ਜਾ ਨਹੀਂ ਸਕਦਾ। ਇਟ ਡਜ਼ਨਟ ਮੈਟਰ ਦੁਨੀਆ ਦੇ ਵਿੱਚ ਕਿਸੇ ਦੇ ਕੋਲ ਕਿੱਡਾ ਵੀ ਵੱਡਾ ਬੈਂਕ ਬੈਲੈਂਸ ਕਿਉਂ ਨਾ ਹੋਵੇ, ਇਹ ਲੱਖਾਂ ਕਰੋੜਾਂ ਪਾਉਂਡਸ ਸਾਡੇ ਬੈਂਕ ਦੇ ਵਿੱਚ ਕਿਉਂ ਨਾ ਹੋਣ, ਇਹ ਸਾਨੂੰ ਉਸ ਮੌਤ ਤੋਂ ਬਚਾ ਨਹੀਂ ਸਕਦੇ। ਇਹ ਸਾਡੀ ਸ਼ਾਨ ਸ਼ੌਕਤ ਇਸ ਮੌਤ ਤੋਂ ਬਚਾ ਨਹੀਂ ਸਕਦੀ। ਵੀ ਹੈਵ ਟੂ ਫੇਸ ਡੈਥ ਵਨ ਡੇ। ਔਰ ਉਸ ਮੌਤ ਤੋਂ ਅਸੀਂ ਫਿਰ ਹੀ ਬਚ ਸਕਦੇ ਹਾਂ ਜੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਨਿਹਚਾ ਤੇ ਯਕੀਨ ਕਰਦੇ ਹਾਂ। ਜੀ, ਇਹਦੇ ਲਈ ਇੱਕ ਆਮ ਇਨਸਾਨ ਨੂੰ ਕੀ ਕਰਨ ਦੀ ਲੋੜ ਹੈ, ਜਿਹੜੇ ਕਿ ਬਾਈਬਲ ਨੂੰ ਨਹੀਂ ਜਾਣਦੇ, ਉਹਨਾਂ ਨੂੰ ਤੁਸੀਂ ਕੀ ਕਹੋਗੇ ਇਹਦੇ ਬਾਰੇ? ਇਹ ਜੋ ਸੰਦੇਸ਼ ਹੈ ਪਰਮੇਸ਼ਵਰ ਦੀ ਬਾਣੀ ਦਾ, ਸਾਨੂੰ ਉਹ ਸਾਰਿਆਂ ਦੇ ਲਈ ਸਾਂਝੀ ਹੈ, ਸਾਰਿਆਂ ਦੇ ਲਈ ਸੇਮ ਹੈ ਜੀ। ਅਤੇ ਉਹ ਸੰਦੇਸ਼ ਇਹ ਹੈ, ਯਿਸੂ ਮਸੀਹ ਨੇ ਦਾਵਤ ਦਿੱਤੀ ਹੈ
ਕਿ ਹੇ ਸਾਰੇ ਥੱਕੇ ਤੇ ਆਪਣੇ ਪਾਪਾਂ ਦੇ ਭਾਰ ਹੇਠ ਦੱਬੇ ਹੋਏ ਹੋ, ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਅਬਦੀ ਆਰਾਮ ਤੇ ਮਨ ਦਾ ਚੈਨ ਦਿਆਂਗਾ, ਉਹ ਹਮੇਸ਼ਾ ਦੀ ਜ਼ਿੰਦਗੀ ਦੇਵਾਂਗਾ। ਤੇ ਇਹ ਇਨਵੀਟੇਸ਼ਨ ਜਿਹੜੀ ਹੈਗੀ ਆ, ਇਹ ਸਾਨੂੰ ਖੁਦਾਵੰਦ ਯਿਸੂ ਮਸੀਹ ਦੇ ਕੋਲੋਂ ਮਿਲਦੀ ਹੈ। ਅੱਜ ਦੇਖੀਏ ਕਿ ਦੁਨੀਆ ਦੇ ਬਾਦਸ਼ਾਹ ਅਗਰ ਸਪੋਜ਼ਿੰਗ ਇਸ ਮੁਲਕ ਦੀ ਅਗਰ ਕੁਈਨ ਦੇ ਕੋਲੋਂ ਹੀ ਸੁਣੀ ਤੇ ਕਦੀ ਵੀ ਤੁਹਾਨੂੰ ਉਹ ਦਾਵਤ ਦੇਵੇਗੀ, ਨਾਟ ਆਰਡੀਨਰੀ ਪਰਸਨ ਨੂੰ ਕਿ ਮੇਰੇ ਮਹਿਲ ਦੇ ਚ ਆ ਜਾ ਤੇ ਮੇਰੇ ਨਾਲ ਹੈਵ ਅ ਕੱਪ ਆਫ ਟੀ ਵਿਦ ਮੀ, ਪਰ ਇਹ ਬੜੀ ਮੁਸ਼ਕਲ ਹੈ ਜੀ। ਤੇ ਲੇਕਿਨ ਉਹ ਜੋ ਬਾਤ ਉੱਥੇ ਤੱਕ ਪਹੁੰਚਣ ਲਈ ਸ਼ਾਇਦ ਤੁਹਾਨੂੰ ਕੁਝ ਕਰਨ ਦੀ ਲੋੜ ਹੈ, ਜਿਹਦੇ ਨਾਲ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਬੈਠੇ ਵੀ ਇਸ ਇਨਸਾਨ ਨੇ ਦੁਨਿਆਵੀ ਤੌਰ ਤੇ ਇਹ ਬਹੁਤ ਕੁਝ ਕਰ ਰਿਹਾ ਜੀ, ਲੋਕਾਂ ਲਈ ਕਰ ਰਿਹਾ, ਪਬਲਿਕ ਦੀ ਕਰ ਰਿਹਾ, ਤਾਂ ਫਿਰ ਉਹ ਸ਼ਾਇਦ ਤੁਹਾਨੂੰ ਦਾਵਤ ਦੇ ਦਿੰਦੀ ਹੈ ਜੀ। ਤੇ ਇਸੇ ਤਰ੍ਹਾਂ ਆਪਾਂ ਨੂੰ ਆਮ ਲੋਕਾਂ ਨੂੰ ਕਰਨ ਦੀ ਕੀ ਕਰਨ ਦੀ ਲੋੜ ਹੈ ਤਾਂ ਕਿ ਉਹਨਾਂ ਨੂੰ ਜਿਹੜਾ ਅਨੰਤ ਜੀਵਨ ਦੀ ਜਿਹੜੀ ਤੁਸੀਂ ਗੱਲ ਕੀਤੀ ਸੀਗੀ, ਉਹ ਉੱਥੇ ਤੱਕ ਉਹ ਕਿਸ ਤਰ੍ਹਾਂ ਪਹੁੰਚ ਸਕਦੇ ਹਨ? ਉਹ ਸਿਰਫ ਇੱਕੋ ਰਸਤਾ ਹੈਗਾ, ਉਹ ਹੈਗਾ ਰਸਤਾ ਦਾ ਯਿਸੂ ਮਸੀਹ ਦੇ ਦੁਆਰਾ ਹੀ ਅਸੀਂ ਉਹਦੀ ਬਾਦਸ਼ਾਹੀ ਦੇ ਵਿੱਚ ਦਾਖਲ ਹੋ ਸਕਦੇ ਹਾਂ, ਕਿਉਂਕਿ ਯਿਸੂ ਮਸੀਹ ਨੇ ਵਾਅਦਾ ਕੀਤਾ ਕਿ ਮੈਂ ਜਾਣਾ ਹਾਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ, ਔਰ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਆ ਸਕਦੇ ਹੋ। ਸੋ ਇਟਸ ਓਪਨ ਇਨਵੀਟੇਸ਼ਨ, ਐਨੀਬਡੀ ਕੈਨ ਗੋ ਟੂ ਹੈਵਨ, ਬਟ ਦੇयर ਇਜ਼ ਓਨਲੀ ਵਨ ਵੇ, that way is through Jesus Christ only. Thank you, and I think miracle second half ਦੇ ਵਿੱਚ ਤੇਰੇ ਨਾਲ ਗੱਲਬਾਤ ਜਾਰੀ ਰਹੇਗੀ।
Welcome back to Heaven's Gate. ਹੈਵਨਸ ਗੇਟ ਟੀਵੀ ਵੱਲੋਂ ਆਪ ਦਾ ਇੱਕ ਵਾਰੀ ਫੇਰ ਸਵਾਗਤ ਹੈ। ਚਲੋ ਹੁਣ ਆਪਾਂ ਚੱਲਦੇ ਹਾਂ ਪਾਸਟਰ ਅਸ਼ੋਕ ਮਟੂਵਨੀ, ਆਪਾਂ ਉਹਨਾਂ ਨੂੰ ਪੁੱਛਦੇ ਹਾਂ ਵੀ ਜਿਹੜੀਆਂ ਗੱਲਾਂ ਦੀ ਇਹ ਗੱਲ ਕਰ ਰਹੇ ਸੀ ਵੀ ਕਿਹੜੀਆਂ ਤੇ ਕਿੰਨੀਆਂ ਗੱਲਾਂ ਸਾਨੂੰ ਕਰਨ ਦੀ ਜ਼ਰੂਰਤ ਆ ਤਾਂ ਕਿ ਅਸੀਂ ਇਸ ਮੌਤ ਤੋਂ ਬਚ ਸਕੀਏ ਤੇ ਅਨੰਤ ਜੀਵਨ ਪਾ ਸਕੀਏ। ਜੀ ਸੈਮੂਅਲ ਸਾਹਿਬ, ਇੱਕ ਇਸ ਨੂੰ ਕਰਨ ਦੇ ਲਈ ਤੁਹਾਨੂੰ ਕੋਈ ਵੱਡਾ ਕੰਮ ਨਹੀਂ ਕਰਨਾ ਪੈਂਦਾ, ਤੁਹਾਡਾ ਕੋਈ ਪੈਸਾ ਨਹੀਂ ਲੱਗਦਾ, ਕਿਤੇ ਜਾਣਾ ਨਹੀਂ ਪੈਂਦਾ ਜੀ, ਠੀਕ ਹੈ। ਕਈ ਦਫਾ ਸਾਨੂੰ ਇਹ ਸੁਣਨ ਦੇ ਵਿੱਚ ਆਉਂਦਾ ਹੈ, ਸਿੱਖਿਆ ਮਿਲਦੀ ਹੈਗੀ ਆ ਲੋਕਾਂ ਦੇ ਕੋਲ, ਦੇਖਦੇ ਹਾਂ ਕਿ ਲੱਖਾਂ ਰੁਪਏ, ਲੱਖਾਂ ਪਾਉਂਡ ਆਈ ਸ਼ੁੱਡ ਸੇ, ਕਿ ਅਸੀਂ ਲੋਕ ਖਰਚਦੇ ਆ ਕਿ ਹਮੇਸ਼ਾ ਦੀ ਜ਼ਿੰਦਗੀ ਨੂੰ, ਆਨੰਦ ਜੀਵਨ ਨੂੰ ਪ੍ਰਾਪਤ ਕਰਨ ਦੇ ਲਈ। ਪਰ ਲੇਕਿਨ ਪ੍ਰਭੂ ਯਿਸੂ ਮਸੀਹ ਦੇ ਕੋਲ ਜੇ ਤੁਸੀਂ ਆਉਂਦੇ ਹੈ, ਤੁਹਾਡਾ ਇੱਕ ਵੀ ਪੈਸਾ ਨਹੀਂ ਲੱਗਦਾ। ਇਹ ਬੜੀ ਸੁਣਨ ਵਾਲਿਆਂ ਦੇ ਲਈ ਇੱਕ ਬੜੀ ਖੁਸ਼ੀ ਦੀ ਖਬਰ ਮੈਂ ਕਹੂੰਗਾ ਕਿ ਇਟਸ ਅ ਫ੍ਰੀ। ਯਿਸੂ ਮਸੀਹ ਨੇ ਆਖਿਆ ਕਿ ਤੈਨੂੰ ਫ੍ਰੀ ਦਿੱਤਾ ਤੇ ਫ੍ਰੀ ਦੇਵੋ, ਕਿਉਂਕਿ ਉਹਨੇ ਆਪਣੀ ਜਾਨ ਸਾਡੇ ਸਾਰਿਆਂ ਦੇ ਲਈ ਸਲੀਬ ਤੇ ਕੁਰਬਾਨ ਕਰ ਦਿੱਤੀ ਤਾਂ ਕਿ ਅਸੀਂ ਬਚਾਏ ਜਾ ਸਕੀਏ। ਕਿਉਂਕਿ ਪਰਮੇਸ਼ਰ ਦੀ ਬਾਣੀ ਯਹੋਨਾ 3:16 ਚ ਲਿਖਿਆ ਕਿ ਪਰਮੇਸ਼ਰ ਨੇ ਜਹਾਨ ਦੇ ਨਾਲ, ਪੂਰੇ ਸੰਸਾਰ ਨਾਲ ਇੰਨੀ ਵੱਡੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਕਿ ਜੋ ਵੀ ਕੋਈ ਉਸ ਉੱਤੇ ਨੇਚਾ ਕਰੇ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਹਮੇਸ਼ਾ ਦੀ ਜ਼ਿੰਦਗੀ ਪਾਵੇ। ਤੇ ਇਹ ਜਿਹੜੀ ਇਨਵੀਟੇਸ਼ਨ ਹੈਗੀ ਆ, ਇਹ ਸਾਰਿਆਂ ਦੇ ਉੱਪਰ ਲਾਗੂ ਹੈ। ਕੋਈ ਦੁਨੀਆ ਦਾ ਕਿਸੇ ਵੀ ਹਿੱਸੇ ਦੇ ਵਿੱਚ, ਕੋਈ ਵੀ ਮਜ਼ਹਬ ਦੇ ਵਿੱਚ ਕਿਉਂ ਨਾ ਨੂੰ ਬਿਲੀਵ ਕਰਦਾ ਹੋਵੇ, ਇਟਸ ਫॉर ਦੈਟ ਇਨਵੀਟੇਸ਼ਨ, ਇਹ ਹਰ ਇੱਕ ਦੇ ਲਈ ਹੈ। ਤੇ ਜਿਸ ਤਰ੍ਹਾਂ ਮੈਂ ਕਿਹਾ ਕਿ ਅਗਰ ਇਨਸਾਨ ਹਮੇਸ਼ਾ ਦੀ ਜ਼ਿੰਦਗੀ ਨੂੰ ਕਬੂਲ ਕਰਨਾ ਚਾਹੇ ਤਾਂ ਉਹ ਕਬੂਲ ਨਹੀਂ ਕਰ ਸਕਦਾ, ਉਹਨੂੰ ਅਰਨ ਕਰਨਾ ਚਾਹੇ ਤਾਂ ਉਹ ਅਰਨ ਨਹੀਂ ਕਰ ਸਕਦਾ। ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ, ਪਰਮੇਸ਼ਰ ਦਾ ਫਜ਼ਲ ਹੈ, ਪਰਮੇਸ਼ਰ ਦੀ ਰਹਿਮਤ ਹੈ ਕਿ ਉਹਨੇ ਸਾਨੂੰ ਸਾਡੇ ਲਈ ਇਹ ਦਰਵਾਜ਼ਾ ਖੋਲ੍ਹਿਆ। ਔਰ ਉਹ ਦਰਵਾਜ਼ਾ ਯਿਸੂ ਮਸੀਹ ਨੇ ਆਖਿਆ ਕਿ ਉਹ ਮੈਂ ਹਾਂ, ਜੋ ਵੀ ਮੇਰੇ ਵਸੀਲੇ ਆਉਂਦਾ ਹੈ ਉਹ ਕਦੀ ਵੀ ਮੈਂ ਉਹਨੂੰ ਬਾਹਰ ਨਹੀਂ ਕੱਢਦਾ। ਜਿਸ ਤਰ੍ਹਾਂ ਪਹਿਲੋਂ ਆਖਿਆ ਕਿ ਯਿਸੂ ਮਸੀਹ ਨੇ ਪਹਿਲੇ ਹਿੱਸੇ 'ਚ ਅਸੀਂ ਸੁਣਿਆ ਕਿ ਯਿਸੂ ਮਸੀਹ ਨੇ ਆਖਿਆ ਕਿ ਮੈਂ ਜਾਣਾ ਹਾਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਦੇ ਲਈ, ਔਰ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਆ ਸਕਦੇ ਹੋ। ਅਤੇ ਭੈਣਾਂ ਅਤੇ ਭਾਈਓ, ਉਹ ਜਗ੍ਹਾ ਜਿੱਥੇ ਬਾਦਸ਼ਾਹ ਦਾ ਬਾਦਸ਼ਾਹ ਔਰ ਪ੍ਰਭੂਆਂ ਦਾ ਪ੍ਰਭੂ ਦਾ ਸੰਗਣਿਸ਼ ਹੈ, ਉਹ ਕਿੰਨੀ ਖੂਬਸੂਰਤ ਹੋਵੇਗੀ। ਅਗਰ ਅਸੀਂ ਕੁਈਨ ਐਲਿਜ਼ਬeth ਦੇ ਮਹਿਲਾਂ ਨੂੰ ਦੇਖਦੇ ਹਾਂ ਤੇ ਲੋਕ ਤਰਸਦੇ ਹਨ ਕਿ ਅਸੀਂ ਉਹਨੂੰ ਇੱਕ ਝਲਕ ਵੀ ਉਹਦੀ ਮਾਰ ਲਈਏ ਤੇ ਉੱਥੇ ਅੰਦਰ ਜਾ ਕੇ ਦੇਖ ਸਕੀਏ। ਪਰ ਲੇਕਿਨ ਜੋ ਬਾਦਸ਼ਾਹ ਦਾ ਬਾਦਸ਼ਾਹ ਹੈ, ਜੋ ਪਰਮੇਸ਼ਵਰ ਦਾ ਘਰ ਬਣਾਇਆ ਹੋਇਆ, ਉਹ ਕਿੰਨੇ ਖੂਬਸੂਰਤ ਹੋਣਗੇ। ਉੱਥੇ ਦੀਆਂ ਪਰਮੇਸ਼ਰ ਦੀ ਬਾਣੀ ਦੱਸਦੀ ਹੈ, ਉੱਥੇ ਦੀਆਂ ਸੜਕਾਂ ਵੀ ਸੋਨੇ ਦੀਆਂ ਹੋਣਗੀਆਂ। ਹਰ ਚੀਜ਼ ਉੱਥੇ, ਨਾ ਕੋਈ ਗਮ ਹੋਵੇਗਾ, ਨਾ ਕੋਈ ਮੌਤ ਹੋਵੇਗੀ, ਨਾ ਕੋਈ ਬੱਚਿਆਂ ਦਾ ਫਿਕਰ, ਨਾ ਬਿੱਲਾਂ ਦਾ ਫਿਕਰ, ਕਿਸੇ ਵੀ ਚੀਜ਼ ਦਾ ਫਿਕਰ ਨਹੀਂ ਹੋਵੇਗਾ, ਨਾ ਉੱਥੇ ਮੌਤ ਹੋਵੇਗੀ, ਕਿਉਂਕਿ ਉੱਥੇ ਇੱਕ ਹਮੇਸ਼ਾ ਹੀ ਖੁਸ਼ੀਆਂ ਹੋਣਗੀਆਂ ਜਿੱਥੇ ਪ੍ਰਭੂਆਂ ਦਾ ਪ੍ਰਭੂ, ਬਾਦਸ਼ਾਹ ਦਾ ਬਾਦਸ਼ਾਹ ਵਾਸ ਕਰਦਾ ਹੈ। ਤੇ ਜੀ ਦੂਸਰੀ ਜਿਹੜੀ ਗੱਲ ਹੈ, ਇਹ ਤਾਂ ਇੱਕ ਗੱਲ ਹੋ ਗਈ ਵੀ ਚਲੋ ਵੀ ਮੈਂ ਤੁਹਾਨੂੰ ਮੰਨਣ ਦੀ ਲੋੜ ਹੈ ਵੀ ਤੁਸੀਂ ਗੁਨਾਹਗਾਰ ਹਾਂ, ਵੀ ਤੁਹਾਡਾ ਛੁਟਕਾਰਾ ਕਿਸ ਤਰ੍ਹਾਂ ਹੋ ਸਕਦਾ ਹੈ। ਤੇ ਦੂਸਰੀ ਗੱਲ ਕਿਹੜੀ ਹੈ ਜਿਹੜੀ ਸਾਨੂੰ ਕਰਨ ਦੀ ਲੋੜ ਹੈ ਵੀ ਅਸੀਂ ਇਸ ਮੌਤ ਤੋਂ ਬਚ ਜਾਈਏ। ਦੇਖੋ, ਪਰਮੇਸ਼ਵਰ ਸਾਨੂੰ 4 ਚੀਜ਼ਾਂ ਕਹਿਣ ਲਈ ਕਹਿ ਰਹੇ ਹੈਗੇ। 4 ਚੀਜ਼ God's asking us to do, 4 things that God wants you to know, ਕਿ ਤੁਸੀਂ ਉਹਨੂੰ ਜਾਣੋ। ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ recognize that you're a sinner, ਆਪਣੇ ਆਪ ਦੀ ਪਹਿਚਾਨ ਕਰਨੀ ਕਿ ਮੈਂ ਇੱਕ ਗੁਨਾਹਗਾਰ ਹਾਂ, ਪਾਪੀ ਹਾਂ, ਔਰ ਜਿਹੜਾ ਗੁਨਾਹਗਾਰ ਹੈ, ਪਾਪੀ ਹੈ, ਉਹਨੂੰ ਬਚਣ ਦੀ ਲੋੜ ਹੈ। ਔਰ ਯਸ਼ਾਇਆ ਉਹਦਾ 5 ਚੈਪਟਰ ਉਹਦੀ 3 ਆਇਤ ਤੋਂ ਲੈ ਕੇ ਅਸੀਂ ਯਸ਼ਾਇਆ 53 ਚੈਪਟਰ 6 ਆਇਤ ਨੂੰ ਪੜ੍ਹੀਏ ਤੇ ਲਿਖਿਆ ਕਿ ਅਸੀਂ ਸਾਰੇ ਹੀ ਭੇਡਾਂ ਵਾਂਗੂ ਭੁੱਲੇ ਫਿਰਦੇ ਸੀ, ਹੈ ਨਾ। ਅਸੀਂ ਆਪਣੇ ਆਪਣੇ ਰਾਹ ਨੂੰ ਮੁੜੇ ਅਤੇ ਯਹੋਵਾ ਨੇ ਸਾਡੇ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ, ਜਾਣੀ ਕਿ ਯਿਸੂ ਮਸੀਹ ਉੱਤੇ। ਠੀਕ ਹੈ। ਅੱਗੇ ਜਾ ਕੇ ਅਸੀਂ ਦੇਖਦੇ ਹਾਂ ਕਿ ਰੋਮੀਆਂ 3:23 ਦੇ ਵਿੱਚ ਲਿਖਿਆ ਹੈਗਾ, ਦੱਸਦੀ ਇਸ ਨੂੰ ਇਸ ਤਰ੍ਹਾਂ ਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਵਰ ਦੇ ਪ੍ਰਤਾਪ ਤੋਂ ਰਹਿ ਗਏ। all have sinned, and
ਸਾਰਿਆਂ ਨੇ ਗੁਨਾਹ ਕੀਤਾ ਔਰ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ। ਔਰ ਔਰ ਅੱਗੇ ਜਾ ਕੇ ਦੇਖਦੇ ਹਾਂ ਕਿ 10 ਆਇਤ ਦੇ ਵਿੱਚ ਇਸੇ ਕਿਤਾਬ ਦੇ ਵਿੱਚ ਰੋਮਨ 3:10 ਦੇ ਵਿੱਚ ਲਿਖਿਆ ਹੋਇਆ ਕਿ ਸਾਡੇ ਚੋਂ ਇੱਕ ਵੀ ਧਰਮੀ ਨਹੀਂ, ਕੋਈ ਵੀ ਨਹੀਂਗਾ। ਦੈਟ ਮੀਨਸ ਸਾਡਾ ਧਰਮ ਸਾਨੂੰ ਬਚਾ ਨਹੀਂ ਸਕਦਾ। ਠੀਕ ਹੈ, ਅਸੀਂ ਜਿੰਨੇ ਵੀ ਧਰਮੀ ਕਿਉਂ ਨਾ ਹੋਈਏ, ਜਿੰਨੇ ਵੀ ਅੱਛੇ ਅਸੀਂ ਭਗਤ ਲੋਕ ਆਪਣੇ ਨੂੰ ਬਣਾਉਂਦੇ ਹੋਈਏ ਜਾਂ ਕਹਿੰਦੇ ਹੋਈਏ, ਸਾਨੂੰ ਸਾਡਾ ਮਜ਼ਹਬ, ਸਾਨੂੰ ਸਾਡੀ ਈਵਨ ਕ੍ਰਿਸਚਨੈਲਿਟੀ ਦੇ ਵਿੱਚ ਹੁੰਦੇ ਹਾਂ, ਅਗਰ ਮੇਰੇ ਕੋਲ ਮਜ਼ਹਬ ਹੈ ਤੇ ਮੇਰੇ ਕੋਲ ਜੀਵਨ ਨਹੀਂ ਤੇ ਮੈਂ ਬਚ ਨਹੀਂ ਸਕਦਾ। ਇਟ ਡਜ਼ਨਟ ਮੈਟਰ ਹੂ ਯੂ ਆਰ, ਹੈ ਨਾ। ਹਰ ਇੱਕ ਇਨਸਾਨ ਨੂੰ ਇਸ ਦੁਨੀਆ ਦੇ ਵਿੱਚ ਬਚਣ ਦੀ ਲੋੜ ਹੈ। ਔਰ ਉਹ ਯਿਸੂ ਮਸੀਹ ਨੇ ਆਖਿਆ, ਬਿਨੋ ਯਿਸੂ ਮਸੀਹ ਦੇ ਵਿੱਚ ਆਉਣਾ ਇੱਕ ਮਜ਼ਹਬ ਨੂੰ ਬਦਲਣਾ ਨਹੀਂਗਾ। ਇਟਸ ਅਬਾਊਟ ਰਿਲੇਸ਼ਨਸ਼ਿਪ, ਪਰਮੇਸ਼ਰ ਦੇ ਨਾਲ ਇੱਕ ਸੰਗਤ ਸੰਗਤੀ ਲੋੜ ਹੈ। ਤੇ ਇਸ ਲਈ ਸਾਨੂੰ ਪਰਮੇਸ਼ਰ ਚਾਹੁੰਦਾ ਕਿ ਉਹਦੇ ਨਾਲ ਸਾਡੀ ਸੰਗਤ ਹੋਣੀ ਚਾਹੀਦੀ ਹੈਗੀ ਹੈ। ਨੰਬਰ 1 ਇਹ ਚੀਜ਼ ਹੈਗੀ ਹੈ। ਸੈਕੰਡਲੀ ਜਿਹੜੀ ਚੀਜ਼ ਹੈ ਪਰਮੇਸ਼ਰ ਚਾਹੁੰਦਾ ਕਿ ਅਸੀਂ ਉਹਨੂੰ ਜਾਣੀਏ, ਐਡਮਿਟ ਦੈਟ ਯੂ ਕੈਨਟ ਸੇਵ ਯੋਰਸੈਲਫ। ਆਪਣੇ ਆਪ ਦੀ ਇਹ ਪਹਿਚਾਨ ਕਰਨੀ ਹੈਗੀ ਆ ਕਿ ਮੈਂ ਆਪਣੇ ਆਪ ਨੂੰ ਬਚਾ ਨਹੀਂ ਸਕਦਾ। ਠੀਕ ਹੈ, ਜੇ ਮੈਂ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਤੇ ਫਿਰ ਮੈਨੂੰ ਕੁਝ ਕਰਨ ਦੀ ਲੋੜ ਹੈ ਨਾ ਜੀ। ਠੀਕ ਹੈ, ਤੇ ਅਗਰ ਅਸੀਂ ਯਿਰਮੀਆ ਨਬੀ ਦੀ ਕਿਤਾਬ ਉਹਦਾ 2 ਚੈਪਟਰ ਉਹਦੀ 22 ਆਇਤ ਨੂੰ ਦੇਖਦੇ ਹਾਂ ਤੇ ਇਸ ਤਰ੍ਹਾਂ ਲਿਖਿਆ ਹੈ ਕਿ ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇਂ ਅਤੇ ਬਹੁਤਾ ਸਾਬਣ ਵਰਤੀ, ਪਰਮੇਸ਼ਰ ਕਹਿੰਦਾ ਕਿ ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਹੈ। ਸੋ ਅਸੀਂ ਜੋ ਇਨਸਾਨ ਪਾਪ ਦੇ ਵਿੱਚ ਹੈ ਉਹ ਬਦਕਾਰ ਹੈ। ਉਹ ਬਦਕਾਰੀ ਨੂੰ, ਗੁਨਾਹਗਾਰ ਨੂੰ, ਪਾਪੀ ਨੂੰ ਬਚਣ ਦੀ ਲੋੜ ਹੈ। ਅਸੀਂ ਕੋਈ ਵੀ ਇੱਦਾਂ ਦਾ ਕੈਮੀਕਲ ਨਹੀਂ ਬਣਿਆ ਜਿਹੜਾ ਇਨਸਾਨ ਦੇ ਗੁਨਾਹਾਂ ਨੂੰ, ਉਹਦੇ ਦਾਗਾਂ ਨੂੰ ਧੋ ਸਕੇ। ਉਹ ਸਿਰਫ ਇੱਕੋ ਚੀਜ਼ ਹੈਗੀ ਆ ਜਿਹੜੀ ਯਿਸੂ ਮਸੀਹ ਦਾ ਖੂਨ ਜੋ ਕਲਵਰੀ ਸਲੀਬ ਤੇ ਮੇਰੇ ਲਈ ਔਰ ਤੁਹਾਡੇ ਲਈ ਔਰ ਉਹ ਜਿਹਨੇ ਦੇਖਣ ਵਾਲੇ, ਸੁਣਨ ਵਾਲੇ, ਉਹਨਾਂ ਦੇ ਲਈ ਬਹਿ ਗਿਆ। ਉਹ ਖੂਨ ਦੇ ਵਸੀਲੇ ਦੇ ਨਾਲ ਹੀ ਅਸੀਂ ਯਿਸੂ ਮਸੀਹ ਦੇ ਕੋਲ ਆ ਸਕਦੇ ਹਾਂ। ਉਹਦੇ ਖੂਨ ਦੇ ਨਾਲ ਹੀ ਸਾਡੇ ਗੁਨਾਹ, ਸਾਡੇ ਪਾਪ ਧੋਤੇ ਜਾ ਸਕਦੇ ਹੈਗੇ ਆ। ਤੇ ਇਸ ਲਈ ਕਹੋਤਾ 3 ਅੱਗੇ ਜਾ ਕੇ ਦੇਖਦੇ ਕਿ ਕਹੋਤਾ ਉਹਦਾ 14 ਚੈਪਟਰ ਉਹਦੀ 22 ਆਇਤ ਸਾਨੂੰ ਦੱਸਦੀ ਹੈ ਕਿ ਅਜਿਹਾ ਵੀ ਇੱਕ ਰਾਹ ਸਾਨੂੰ ਮਨੁੱਖ ਨੂੰ ਦਿਸਦਾ ਹੈਗਾ ਕਿ ਜਿਹਦੇ ਅੰਤ ਵਿੱਚ ਮੌਤ ਹੈ। ਵੀ ਥਿੰਕ ਜਿਸ ਰਸਤੇ 'ਤੇ ਮੈਂ ਚੱਲ ਰਿਹਾ ਹੈਗਾ ਉਹ ਰਸਤਾ ਸ਼ਾਇਦ ਠੀਕ ਹੀ ਹੈ, ਲੇਕਿਨ ਇੱਕ ਦਿਨ ਮੈਂ ਵੀ, ਮੇਰੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਇੱਕ ਸਮਾਂ ਸੀਗਾ, ਮੈਂ ਵੀ ਸੋਚਦਾ ਸੀ ਕਿ ਮੇਰੇ ਕੋਲ ਮਜ਼ਹਬ ਹੈਗਾ, ਮੈਨੂੰ ਬਚਣ ਦੀ ਕਿਤੇ ਕੁਛ ਕਰਨ ਦੀ ਜ਼ਰੂਰਤ ਨਹੀਂ। ਸ਼ਾਇਦ ਮੈਂ ਸੋਚਦਾ ਸੀ ਕਿ ਮੇਰੇ ਕੋਲ ਅਸਮਾਨ ਦੀ ਟਿਕਟ ਹੈਗੀ ਹੈ, ਜਿਸ ਬੀਨ ਬੋਰਨ ਇਨ ਦ ਕ੍ਰਿਸਚਨ ਫੈਮਿਲੀ। ਬਟ ਮਾਈ ਫਰੈਂਡਸ, ਆਈ ਵਾਜ਼ ਰੋਂਗ, ਮੈਂ ਗਲਤ ਸੀ। ਮੈਂ ਇੱਕ ਜ਼ਿੰਦਗੀ ਦੇ ਇੱਕ ਮੌਤ ਦੇ ਰਸਤੇ 'ਤੇ ਚੱਲ ਰਿਹਾ ਸੀਗਾ। ਪਰ ਲੇਕਿਨ ਇੱਕ ਦਿਨ ਇੱਕ ਸ਼ਾਫੀ ਦੇ ਨਾਲ ਮੇਰੀ ਮੁਲਾਕਾਤ ਹੋਈ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ। ਉਹਨੇ ਆਖਿਆ ਕਿ ਕਿਉਂ ਤੂੰ ਭੁੱਲਿਆ ਫਿਰਦਾ ਹੈ, ਮੇਰੇ ਕੋਲ ਆ, ਕਿਉਂ ਤੂੰ ਆਪਣੇ ਗੁਨਾਹਾਂ ਨੂੰ ਚੱਕੀ ਫਿਰਦਾ ਹੈ। ਤੇ ਉਸ ਦਿਨ ਓਕੇ, ਮੈਂ ਦੱਸਣਾ ਚਾਹਾਂਗਾ ਕਿ ਕੁਝ ਇਸ਼ਾਰਾ ਕਰੂਗਾ। ਜਦੋਂ ਆਵਾਜ਼ ਮਾਰੂਗਾ ਉਹ ਕਰਦੇ ਪਤਾ ਨਹੀਂ ਕਿੱਥੋਂ ਸੀਗਾ, ਨਹੀਂ 30 ਸੈਕਿੰਡ ਦਾ ਘੱਟ ਹੈ, ਇੱਥੋਂ ਸ਼ੁਰੂ ਕਰ ਲਿਆ। ਇੱਥੋਂ ਇਹ ਤਾਂ ਬਹੁਤ ਦੂਰ ਚਲ ਜਾ ਜੀ। ਕੈਮੀਕਲ ਪੂਰਾ ਟਾਈਮ ਤਾਂ ਇਹਨਾਂ ਨੂੰ ਉਹਨਾਂ ਦਾ ਹੋ ਦੇਣਾ, ਉਹਨਾਂ ਦਾ ਟਾਈਮ ਤਾਂ ਮਿਸ ਨਹੀਂ ਹੋਣਾ ਨਾ, ਇਟਲੀ ਵਾਲਾ ਦਾ।
ਦੋਸਤੋ ਅਸੀਂ ਮਾਫੀ ਚਾਹੁੰਦੇ ਹਾਂ, ਕੁਝ ਟੈਕਨੀਕਲ ਪ੍ਰੋਬਲਮ ਦੀ ਵਜ੍ਹਾ ਦੇ ਨਾਲ ਤੁਹਾਡੇ ਤੱਕ ਅਸੀਂ ਜਿਹੜਾ ਸਾਡਾ ਸਮਾਚਾਰ ਸੀ, ਜਿਹੜਾ ਅਸੀਂ ਦੇ ਰਹੇ ਸੀ ਜਾਂ ਗੱਲਬਾਤ ਕਰ ਰਹੇ ਸੀ, ਤੁਹਾਨੂੰ ਨਾ ਸੁਣਾਈ ਦਿੱਤੀ ਹੋਊਗੀ, ਸ਼ਾਇਦ ਪਿਕਚਰ ਵੀ ਨਾ ਦਿਖਾਈ ਦਿੱਤੀ ਹੋਵੇ। ਪਰ ਹੁਣ ਅਸੀਂ ਫਿਰ ਇੱਕ ਵਾਰੀ ਤੁਹਾਡਾ ਸਵਾਗਤ ਕਰਦੇ ਹਾਂ, ਫਿਰ ਆਪਾਂ ਪਾਸਟਰ ਜੀਵਨ ਨੂੰ ਚੱਲਦੇ ਹਾਂ। ਜੀ ਅਸੀਂ ਗੱਲ ਕਰ ਰਹੇ ਸੀ ਕਿ ਪਰਮੇਸ਼ਰ ਦੇ ਵਚਨ 'ਚ ਜਿਸ ਤਰ੍ਹਾਂ ਅਸੀਂ ਪਹਿਲੇ ਸੁਣ ਚੁੱਕੇ ਹਾਂ ਕਿ ਯਿਰਮੀਆ ਨੇ ਵੀ ਸਾਨੂੰ ਇਸ ਤਰ੍ਹਾਂ ਦੱਸਦੇ ਬਿਆਨ ਕਰਦੇ ਆ। ਯਿਰਮੀਆ ਨਬੀ ਉਹਦੀ 2 ਚੈਪਟਰ ਉਹਦੀ 22 ਆਇਤ 'ਚ ਇਸ ਤਰ੍ਹਾਂ ਲਿਖਿਆ ਕਿ ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇ ਅਤੇ ਬਹੁਤਾ ਸਾਬਣ ਵਰਤੇ, ਪਰਮੇਸ਼ਰ ਕਹਿੰਦਾ ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਹੈ। ਅਸੀਂ ਸਾਰੇ ਬਦੀ ਦੇ ਵਿੱਚ ਹਾਂ, ਸਾਰੇ ਗੁਨਾਹ ਦੇ ਵਿੱਚ ਹਾਂ, ਸਾਰੇ ਪਾਪਾਂ ਦੇ ਵਿੱਚ ਹਾਂ, ਤੇ ਇਸ ਲਈ ਯਿਸੂ ਮਸੀਹ ਨੇ ਇਸ ਦੁਨੀਆ 'ਚ ਆਉਣਾ ਪਿਆ ਤਾਂ ਕਿ ਅਸੀਂ ਪਾਪਾਂ ਤੋਂ ਬਚਾਏ ਜਾ ਸਕੀਏ, ਅਸੀਂ ਉਹਦੀ ਬਾਦਸ਼ਾਹੀ ਦੇ ਵਿੱਚ ਉਹਦੀ ਬਾਦਸ਼ਾਹੀ ਦੇ ਲਈ ਅਧਿਕਾਰੀ ਬਣ ਸਕੀਏ। ਕਿਉਂਕਿ ਕੋਈ ਵੀ ਇੱਦਾਂ ਦਾ ਕੈਮੀਕਲ ਦੁਨੀਆ ਦੇ ਵਿੱਚ ਨਹੀਂ ਜਿਹਦੇ ਨਾਲ ਸਾਡੇ ਗੁਨਾਹ, ਸਾਡੇ ਪਾਪ ਮਾਫ ਹੋ ਸਕਦੇ ਆ। ਸਿਰਫ ਇੱਕੋ ਹੀ ਉਹ ਕੈਮੀਕਲ ਕਹਿ ਲੀਜੇ, ਉਹ ਇੱਕੋ ਹੀ ਯਿਸੂ ਮਸੀਹ ਦਾ ਉਹ ਪਾਕ ਖੂਨ ਸੀ ਜੋ ਮੇਰੇ ਤੇ ਤੁਹਾਡੇ ਲਈ ਉਹ ਸਲੀਬ ਦੇ ਤੇ ਬਹਿ ਗਿਆ, ਜੋ ਮੇਰੇ ਤੇ ਤੁਹਾਡੇ ਗੁਨਾਹਾਂ ਨੂੰ ਧੋ ਸਕਦਾ ਹੈ। ਕੋਈ ਸਾਬਣ, ਕੋਈ ਕੈਮੀਕਲ ਨਹੀਂ, ਲੇਕਿਨ ਯਿਸੂ ਮਸੀਹ ਦਾ ਸਿਰਫ ਉਹ ਖੂਨ ਹੈ ਜੋ ਸਾਨੂੰ ਸਾਡੇ ਪਾਪਾਂ ਤੋਂ ਸਾਨੂੰ ਚੰਗਿਆਈ ਦੇ ਸਕਦਾ ਹੈ, ਧੋ ਸਕਦਾ ਹੈ। ਤੇ ਸਾਨੂੰ ਕੀ ਕਰਨ ਦੀ ਲੋੜ ਹੈ? ਅੱਗੇ ਜਾ ਕੇ ਅਸੀਂ ਸੈਮੂਅਲ ਸਭ ਅਸੀਂ ਦੇਖਦੇ ਹਾਂ ਕਿ ਕਹੋਤਾ 14 ਚੈਪਟਰ ਉਹਦੀ 12 ਆਇਤ 'ਚ ਇਸ ਤਰ੍ਹਾਂ ਲਿਖਿਆ ਮਿਲਦਾ ਹੈਗਾ ਕਿ ਮਨੁੱਖ ਨੂੰ ਇੱਕ ਅਜਿਹਾ ਰਾਹ ਵੀ ਦਿਸਦਾ ਹੈ ਪਰ ਉਹਦੇ ਅੰਤ ਦੇ ਵਿੱਚ ਮੌਤ ਹੈ। ਅਸੀਂ ਕਈ ਦਫਾ ਦੇਖਦੇ ਕਿ ਮੈਂ ਸਹੀ ਰਸਤੇ 'ਤੇ ਜਾ ਰਿਹਾ ਹਾਂ, ਪਰ ਰਸਤੇ ਦੇ ਵਿੱਚ ਅਸੀਂ ਗਲਤ ਰਸਤਾ ਕਈ ਦਫਾ ਫੜ ਲੈਂਦੇ ਹਾਂ। ਇੱਕ ਦਫਾ ਮੈਂ ਵੀ ਇੱਕ ਗਲਤ ਰਸਤੇ 'ਤੇ ਚੱਲ ਰਿਹਾ ਸੀ। ਮੈਂ ਵੀ ਸੋਚ ਰਿਹਾ ਸੀਗਾ ਕਿ ਮੇਰੇ ਕੋਲ ਮਜ਼ਹਬ ਹੈ, ਪੈਣ ਤੋਂ ਪਹਿਲਾਂ ਮਜ਼ਹਬ ਜ਼ਰੂਰ ਸੀਗਾ, ਪਰ ਲੇਕਿਨ ਜੀਵਨ ਨਹੀਂ ਸੀ, ਜ਼ਿੰਦਗੀ ਨਹੀਂ ਸੀ, ਰਿਲੇਸ਼ਨਸ਼ਿਪ ਨਹੀਂ ਸੀ। ਇੱਕ ਦਿਨ ਪਰਮੇਸ਼ਵਰ ਨੇ ਆਖਿਆ, ਤੂੰ ਕਿਉਂ ਭੁੱਲਿਆ ਫਿਰਦਾ ਹੈ, ਮੇਰੇ ਕੋਲ ਆ ਲੈ, ਮੈਂ ਤੈਨੂੰ ਮੁਫਤ ਵਿੱਚ ਇਹ ਸਭ ਕੁਝ ਦੇਣਾ ਹਾਂ ਜੋ ਪੈਸਾ ਨਹੀਂ ਖਰੀਦ ਸਕਦਾ ਸੀ, ਨਾ ਮੈਂ ਉਸ ਨੂੰ ਇਸ ਮੁਕਤੀ ਨੂੰ ਹਾਸਲ ਕਰ ਹੀ ਸਕਦਾ ਸੀ। ਲੇਕਿਨ ਇੱਕ ਦਿਨ ਯਿਸੂ ਮਸੀਹ ਦੇ ਨਾਲ ਮੁਲਾਕਾਤ ਹੋਈ। ਯਿਸੂ ਮਸੀਹ ਨੇ ਆਖਿਆ ਕਿ ਮੇਰੇ ਕੋਲ ਆ ਤੇ ਮੈਂ ਤੈਨੂੰ ਅਬਦੀ ਆਰਾਮ ਦੇਵਾਂਗਾ, ਮੈਂ ਤੈਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਉਸ ਦਿਨ ਮੈਂ ਆਪਣੇ ਆਪ ਨੂੰ ਉਹਦੇ ਹਵਾਲੇ ਕੀਤਾ, ਸਰੈਂਡਰ ਕੀਤਾ, ਤੇ ਮੇਰਾ ਨਾਮ ਜੀਵਨ ਦੀ ਕਿਤਾਬ ਦੇ ਵਿੱਚ ਦਰਜ ਹੋ ਗਿਆ। ਅੱਜ ਵੀ ਸਾਨੂੰ ਪੈਣਾ ਤੋਂ ਪਈਓ ਆਪਣੇ ਨਾਮ ਉਸ ਜੀਵਨ ਦੀ ਕਿਤਾਬ ਦੇ ਵਿੱਚ ਲਿਖਾਉਣ ਦੀ ਜ਼ਰੂਰਤ ਹੈਗੀ ਆ। ਉਹ ਸਿਰਫ ਅਸੀਂ ਉਹ ਜੀਵਨ ਦੀ ਪੋਥੀ ਦੇ ਵਿੱਚ ਸਾਡਾ ਨਾਮ ਮਿਲਿਆ, ਤੇ ਇੱਕ ਦਿਨ ਆਵੇਗਾ ਕਿ ਜਦੋਂ ਅਸੀਂ ਉਹਦੀ ਅਦਾਲਤ ਵਿੱਚ ਜਮ੍ਹਾਂ ਹੋਣਾ ਹੈ, ਤੇ ਪਰਮੇਸ਼ਰ ਦਾ ਵਚਨ ਦੱਸਦਾ ਕਿ ਅਸੀਂ ਅੱਗ ਦੀ ਚੀਰ ਦੇ ਵਿੱਚ ਉਹ ਸੁੱਟੇ ਜਾਣਗੇ ਜਿਨ੍ਹਾਂ ਨੇ ਉਹਨੂੰ ਕਬੂਲ ਨਾ ਕੀਤਾ। ਇਸ ਲਈ ਯਿਸੂ ਮਸੀਹ ਸਾਨੂੰ ਅੱਜ ਕਹਿ ਰਹੇ ਹੈਗੇ ਕਿ ਮੇਰੇ ਕੋਲ ਆਓ ਤੇ ਉਹ ਅਬਦੀ ਆਰਾਮ ਤੇ ਉਹ ਹਮੇਸ਼ਾ ਦੀ ਜ਼ਿੰਦਗੀ ਜਿਹੜੀ ਹੈਗੀ ਆ ਯਿਸੂ ਮਸੀਹ ਲੈ ਕੇ ਆਇਆ ਹੈਗਾ, ਉਹਨੂੰ ਅਸੀਂ ਹਾਸਲ ਕਰ ਸਕਦੇ ਹਾਂ। ਕਿਉਂਕਿ ਅਸੀਂ ਸਾਰਿਆਂ ਨੇ ਇੱਕ ਦਿਨ ਉਹਦੇ ਸਾਹਮਣੇ ਖੜੇ ਹੋਣਾ। ਇਟ ਡਜ਼ਨਟ ਮੈਟਰ ਹੂ ਯੂ ਆਰ, ਕਿੱਥੇ ਵੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਹਿੱਸੇ ਵਿੱਚ ਹੋ, ਯੂ ਕੈਨ ਐਕਸੈਪਟ ਹਿਮ, ਯੂ ਹੈਵ ਅ ਚੋਇਸ, ਯੂ ਕੈਨ ਰਿਜੈਕਟ ਹਿਮ, ਪਰ ਲੇਕਿਨ ਵਨ ਡੇ ਰਿਮੈਂਬਰ ਦੈਟ ਯੂ ਗੋਇੰ ਟੂ ਫੇਸ ਹਿਮ। ਪਰ ਲੇਕਿਨ ਉਸ ਦਿਨ ਬਹੁਤ ਦੇਰ ਹੋ ਚੁੱਕੀ ਹੋਵੇਗੀ, ਅੱਜ ਦਾ ਸਮਾਂ ਜਾ ਚੁੱਕਿਆ ਹੋਵੇਗਾ। ਅੱਜ ਪਰਮੇਸ਼ਰ ਦਾਅਵਤ ਦੇ ਰਿਹਾ ਹੈ। ਯਿਸੂ ਮਸੀਹ ਨੇ ਆਖਿਆ ਕਿ ਰਾਹ, ਹੱਕ ਅਤੇ ਜ਼ਿੰਦਗੀ ਮੈਂ ਹਾਂ, ਮੇਰੇ ਤੋਂ ਬਿਨਾਂ ਕੋਈ ਪਿਤਾ ਪਰਮੇਸ਼ਰ ਦੇ ਕੋਲ ਜਾ ਨਹੀਂ ਸਕਦਾ, ਕਿਉਂਕਿ ਆਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਇਨਸਾਨ ਬਚਾਇਆ ਜਾ ਸਕਦਾ ਹੈ। ਤੇ ਤੀਸਰੀ ਚੀਜ਼ ਜਿਹੜੀ ਹੈਗੀ ਆ ਉਹ 'ਤੇ ਅਸੀਂ ਗੌਰ ਕਰਾਂਗੇ ਕਿ ਥਰਡ ਥਿੰਗ, ਬਲੀਵ ਦੈਟ ਜੀਸਸ ਕ੍ਰਾਈਸਟ ਡਾਈਡ ਔਨ ਦ ਕ੍ਰਾਸ। ਇਹ ਮੰਨ ਲੈਣਾ ਕਿ ਯਿਸੂ ਮਸੀਹ ਮੇਰੇ ਗੁਨਾਹਾਂ ਤੇ ਮੇਰੇ ਪਾਪਾਂ ਦੇ ਲਈ ਸਲੀਬ ਤੇ ਮਰ ਗਏ। 2 ਕਰੰਥੀਅਨ ਉਹਦਾ 5 ਚੈਪਟਰ 21 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਕਿ ਉਹ ਮੇਰੇ ਨਾਲ ਮਿਲ ਕੇ ਦੇਖੀਏ। ਇਸ ਤਰ੍ਹਾਂ ਲਿਖਿਆ ਹੋਇਆ ਕਿ ਉਹਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖਾਤਰ ਪਾਪ ਠਹਿਰਾਇਆ, ਤਾਂ ਜੋ ਅਸੀਂ ਉਹਦੇ ਵਿੱਚ ਹੋ ਕੇ ਪਰਮੇਸ਼ਵਰ ਦਾ ਧਰਮ ਬਣੀਏ। ਹਿਜ਼ਕੀਏਲ 18 ਚੈਪਟਰ ਉਹਦੀ 20 ਤੇ 23 ਆਇਤ ਸਾਨੂੰ ਦੱਸਦੀ ਹੈ ਕਿ ਜਿਹੜੀ ਜਾਨ ਪਾਪ ਕਰਦੀ ਹੈ ਉਹ ਮਰੇਗੀ। ਪੁੱਤਰ ਪਿਓ ਦੀ ਬਦੀ ਦਾ ਨਾ ਚੁੱਕੇਗਾ, ਨਾ ਪਿਓ ਪੁੱਤਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹਦੇ ਲਈ ਹੋਵੇਗਾ ਅਤੇ ਦੁਸ਼ਟੀ ਦਾ ਰਾਹ ਉਹਦੇ ਉੱਤੇ। ਪਰੰਤੂ ਜੋ ਕਰ ਦੁਸ਼ਟ ਆਪਣੇ ਸਾਰੇ ਪਾਪਾਂ
ਤੋ ਜੋ ਉਸਨੇ ਕੀਤੇ ਹਨ ਮੁੜੇ ਅਤੇ ਮੇਰੀਆਂ ਸਾਰੀਆਂ ਵਿਧੀਆਂ ਦੀ ਪਾਲਣਾ ਕਰੇ ਅਤੇ ਨਿਉ ਧਰਮ ਤੇ ਅਮਲ ਕਰੇ ਤਾਂ ਉਹ ਨਿਸ਼ਚੇ ਜਿਉਂਦਾ ਰਹੇਗਾ, ਉਹ ਨਾ ਮਰੇਗਾ। ਉਹਦੇ ਅਪਰਾਧ ਜੋ ਉਸਨੇ ਕੀਤੇ ਹਨ ਉਹਦੇ ਲਈ ਚੇਤੇ ਨਾ ਕੀਤੇ ਜਾਣਗੇ। ਉਹ ਧਰਮ ਵਿੱਚ ਜਿਹੜਾ ਉਸ ਕੀਤਾ ਜਿਉਂਦਾ ਰਹੇਗਾ। ਪ੍ਰਭੂ ਯਹੋਵਾ ਦਾ ਵਾਕ ਹੈ, ਕਹਿੰਦਾ ਕਿ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਨਹੀਂ, ਬਲਕਿ ਇਸ ਲਈ ਕਿ ਉਹ ਆਪਣੇ ਮਾਰਗ ਤੋਂ ਮੁੜੇ ਅਤੇ ਜਿਉਂਦਾ ਰਹੇ। You know, God does not want anybody to be perish, have everlasting life. ਉਹ ਹਮੇਸ਼ਾ ਦੀ ਜ਼ਿੰਦਗੀ ਯਿਸੂ ਮਸੀਹ 'ਚ ਹੈ। ਜਿਸ ਤਰ੍ਹਾਂ ਰੋਮੀਆਂ 3:23 'ਚ ਲਿਖਿਆ ਕਿ ਪਾਪ ਦੀ ਮਜ਼ਦੂਰੀ ਜਿਹੜੀ ਹੈਗੀ ਆ ਉਹ ਮੌਤ ਹੈ ਨਾ, ਉਹ ਯਿਸੂ ਮਸੀਹ ਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਹੈ। ਫੋਰਥ ਚੀਜ਼ ਜਿਹੜੀ ਆਖਰ ਦੇ ਵਿੱਚ ਉਹ ਇਹ ਹੈ ਕਿ ਰਿਸੀਵ ਜੀਸਸ ਕ੍ਰਾਈਸਟ ਐਸ ਯੋਰ ਪਰਸਨਲ ਲਾਰਡ ਐਂਡ ਸੇਵੀਅਰ। ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਕਰਕੇ ਕਬੂਲ ਕਰਨਾ ਹੈ। ਅੱਜ ਮੁਫਤ ਵਿੱਚ ਯਿਸੂ ਮਸੀਹ ਸਾਨੂੰ ਕੁਝ ਦੇਣਾ ਚਾਹੁੰਦੇ ਹਨ। ਇਹ ਸਿਰਫ ਤੁਹਾਨੂੰ ਆਪਣੀ ਜ਼ੁਬਾਨ ਤੋਂ ਇਕਰਾਰ ਕਰਨ ਦੀ ਲੋੜ ਹੈ ਜਾਂ ਇਹਦੇ ਲਈ ਤੁਹਾਨੂੰ ਸਾਰੀ ਬਾਈਬਲ ਦੀ ਜਿਹੜੀ ਸਟੱਡੀ ਹੈ ਉਹ ਕਰਨੀ ਜ਼ਰੂਰੀ ਹੈ? ਜੀ ਸੈਮੂਅਲ ਸਾਹਿਬ ਸਾਨੂੰ ਪਰਮੇਸ਼ਰ ਦਾ ਵਚਨ ਦੱਸਦਾ, ਪਰਮੇਸ਼ਰ ਦਾ ਕਲਾਮ ਦੱਸਦਾ ਕਿ ਸਾਨੂੰ ਦਿਲ ਦੇ ਨਾਲ ਮੰਨਣਾ ਹੈ। ਸਭ ਤੋਂ ਪਹਿਲਾਂ ਠੀਕ ਹੈ, ਦਿਲ ਤੋਂ ਮੰਨਣਾ ਹੈਗਾ, ਉਹ ਮੂੰਹ ਦੇ ਨਾਲ ਇਕਰਾਰ ਕਰਨਾ ਹੈਗਾ। ਠੀਕ ਹੈ, ਕਿ ਦਿਲ ਨਾਲ ਮੰਨਣਾ ਕਿ ਉਹ ਮੇਰਾ ਮੁਕਤੀ ਦਾਤਾ ਹੈ, ਉਹ ਮੁਕਤੀ ਦਾਤਾ ਤੁਹਾਡਾ ਸਾਰਿਆਂ ਦਾ ਬਣ ਸਕਦਾ ਹੈ। ਉਹ ਮੂੰਹ ਦੇ ਨਾਲ ਇਕਰਾਰ ਕਰਨਾ ਕਿ ਯਿਸੂ ਮਸੀਹ ਨੇ ਕਹਿਣਾ ਕਿ ਮੈਂ ਇੱਕ ਗੁਨਾਹਗਾਰ ਹਾਂ। ਜਦੋਂ ਇੱਕ ਗੁਨਾਹਗਾਰ ਆਪਣੇ ਗੁਨਾਹ ਛੱਡ ਕੇ ਯਿਸੂ ਦੇ ਕੋਲ ਆਉਂਦਾ ਹੈ ਤੇ ਉਹ ਉਹਨੂੰ ਸਵੀਕਾਰ ਕਰ ਲੈਂਦਾ ਹੈ, ਕਿਉਂਕਿ ਯਿਸੂ ਮਸੀਹ ਨੇ ਆਖਿਆ ਰੈਵਲੇਸ਼ਨ 3:20 ਵਿੱਚ ਇਸ ਤਰ੍ਹਾਂ ਆਖਿਆ ਕਿ ਮੈਂ ਤੇਰੇ ਦਿਲ ਦੇ ਦਰਵਾਜ਼ੇ ਤੇ ਖਟਖਟਾ ਰਿਹਾ ਹਾਂ। ਆਮ ਨੋਕਿੰਗ ਔਨ ਦ ਡੋਰ ਆਫ ਯੋਰ ਹਾਰਟ। ਅਗਰ ਤੁਸੀਂ ਦਿਲ ਦਾ ਦਰਵਾਜ਼ਾ ਖੋਲ੍ਹ ਦੇਵੋ ਤੇ ਮੈਂ ਤੁਹਾਡੇ ਅੰਦਰ ਆਉਣਾ ਚਾਹਾਂਗਾ। ਅੱਜ ਦੋਸਤੋ, ਭੈਣੋ ਤੇ ਭਾਈਓ, ਅੱਜ ਯਿਸੂ ਮਸੀਹ ਤੁਹਾਡੇ ਨਾਲ ਪਿਆਰ ਕਰਦੇ ਹਨ। ਉਹਨੇ ਤੁਹਾਡੇ ਸਾਰਿਆਂ ਦੇ ਲਈ ਆਪਣੀ ਬਹੁਤ ਵੱਡੀ ਕੀਮਤ ਦੇ ਦਿੱਤੀ। ਹੀ ਵਾਂਟ ਟੂ ਸੇਵ ਯੂ, ਹੀ ਵਾਂਟਸ ਟੂ ਬੀ ਯੋਰ ਫਰੈਂਡ। ਉਹ ਤੁਹਾਡਾ ਦੋਸਤ ਬਣਨਾ ਚਾਹੁੰਦੇ ਹੈ ਤੇ ਸਾਨੂੰ ਥੋੜ੍ਹਾ ਕੁਛ ਕਰਨ ਦੀ ਜ਼ਰੂਰਤ ਹੈਗੀ। ਯਹੋਨਾ 1:12 ਦੇ ਵਿੱਚ ਲਿਖਿਆ ਹੈਗਾ ਕਿ ਜਿਨ੍ਹਾਂ ਨੇ ਵੀ ਉਹਨੂੰ ਕਬੂਲ ਕੀਤਾ, ਯਾਨੀ ਕਿ ਯਿਸੂ ਮਸੀਹ ਨੂੰ ਸਵੀਕਾਰ ਕੀਤਾ, ਉਸਨੇ ਉਹਨਾਂ ਨੂੰ ਆਪਣੇ ਪੁੱਤਰ ਤੇ ਆਪਣੀ ਧੀਆਂ ਹੋਣ ਦਾ ਹੱਕ ਦੇ ਦਿੱਤਾ। ਯੂ نو ਵਾਟ ਅ ਪ੍ਰਿਵਿਲੇਜ। ਅੱਜ ਦੇਖੀਏ ਕਿ ਕੁਈਨ ਸਾਨੂੰ ਇਸ ਦੁਨੀਆ ਦੀ, ਇੰਗਲੈਂਡ ਦੀ ਕੁਈਨ ਕਦੀ ਨਹੀਂ ਕਹੇਗੀ ਚੱਲ ਮੈਂ ਤੈਨੂੰ ਆਪਣਾ ਮਤਰਿਆ ਪੁੱਤਰ ਐਕਸੈਪਟ ਕਰ ਲੈਂਦੀ ਹੈਗੀ ਹੈ। ਪਰ ਜਿਹੜਾ ਬਾਦਸ਼ਾਹ ਦਾ ਬਾਦਸ਼ਾਹ, ਪ੍ਰਭੂ ਦਾ ਪ੍ਰਭੂ ਹੈਗਾ, ਉਹ ਕਹਿੰਦਾ ਕਿ ਮੈਂ ਤੈਨੂੰ ਇੱਕ ਅਧਿਕਾਰ ਦਿੰਦਾ ਹੈਗਾ ਕਿ ਤੁਸੀਂ ਮੇਰੇ ਕੋਲ ਆ ਕੇ ਤੇ ਮੇਰੇ ਪੁੱਤਰ ਤੇ ਧੀਆਂ ਅਖਵਾ ਸਕਦੇ ਹੋ। ਪਰ ਲਿਖਿਆ ਅੱਗੇ ਦੇਖਿਆ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਉਸਨੇ ਉਹਨਾਂ ਨੂੰ ਉਹਦੇ ਫਰਜ਼ੰਦ ਹੋਣ ਦਾ ਹੱਕ ਦੇ ਦਿੱਤਾ ਹੈ ਨਾ। ਉਹ ਅੱਗੇਗਾ ਯਹੋਨਾ 6:37 ਵਿੱਚ ਇਸ ਤਰ੍ਹਾਂ ਲਿਖਿਆ ਕਿ ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਕਦੀ ਵੀ ਉਹਨੂੰ ਕੱਢਾਂਗਾ ਨਹੀਂ। ਐਂਡ ਇਟਸ ਦ ਓਪਨ ਇਨਵੀਟੇਸ਼ਨ ਫਰਮ ਦ ਲਾਰਡ ਕਿ ਅੱਜ ਯਿਸੂ ਮਸੀਹ ਤੇਰੇ ਦਿਲ ਦੇ ਦਰਵਾਜ਼ੇ ਤੇ ਖਟਖਟਾ ਰਿਹਾ ਹੈ। ਯੂ ਨੀਡ ਟੂ ਓਪਨ ਦ ਡੋਰ। ਜਿਹੜੇ ਕਹਿ ਇੱਕ ਦਿਨ ਮੈਂ ਵੀ ਇੱਕ ਆਪਣੇ ਦਿਲ ਦਾ ਦਰਵਾਜ਼ਾ ਬੰਦ ਕਰਕੇ ਬੈਠਾ ਸੀਗਾ, ਯਿਸੂ ਮਸੀਹ ਵਚਨ ਸੁਣਦਾ ਸੀ, ਖਟਖਟਾਉਂਦਾ ਸੀ ਤੇ ਮੈਂ ਦਰਵਾਜ਼ਾ ਜਿਹੜਾ ਬੰਦ ਹੀ ਸੀ। ਇੱਕ ਦਿਨ ਰੀਅਲਾਈਜ਼ ਕੀਤਾ, ਯਿਸੂ ਮਸੀਹ ਨੇ ਕਿਹਾ ਕਿ ਤੂੰ ਕਿਉਂ ਭੁੱਲਿਆ ਫਿਰਦਾ ਹੈ? ਯੂ ਕੈਨ ਰਨ ਅਵੇ, but one day you're going to face me. And that day I surrender myself. I said, Lord, here I am. I come to you. ਮੈਂ ਤੇਰੇ ਕੋਲ ਆਉਣਾ ਹਾਂ। ਮੈਂ ਆਪਣਾ ਦਿਲ ਦਾ ਦਰਵਾਜ਼ਾ ਖੋਲ੍ਹਿਆ, ਉਹਨੇ ਮੇਰੇ ਦਿਲ ਦੇ ਵਿੱਚ ਆਇਆ ਤੇ ਮੇਰੇ ਸਾਰੇ ਗੁਨਾਹ ਜਿਹੜੇ ਸੀ ਮੈਂ ਉਹਦੇ ਅੱਗੇ ਰੱਖੇ ਕਿ ਪ੍ਰਭੂ ਤੂੰ ਮੈਨੂੰ ਮਾਫ਼ ਕਰ, ਮੈਂ ਗੁਨਾਹਗਾਰ ਹਾਂ। ਮੇਰੇ ਲਈ ਤੂੰ ਆਪਣੀ ਜਾਨ ਸਲੀਬ ਤੇ ਦੇ ਦਿੱਤੀ ਤਾਂ ਕਿ ਮੈਂ ਬਚਾਇਆ ਜਾ ਸਕਾਂ। ਤੇ ਇੱਕ ਦਿਨ ਅਗਰ ਮੇਰੇ ਗੁਨਾਹ ਬਚ ਸਕਦੇ, ਮਾਫ਼ ਹੋ ਸਕਦੇ ਹੈਗੇ ਆ, ਤੁਹਾਡੇ ਗੁਨਾਹ ਵੀ ਮਾਫ਼ ਹੋ ਸਕਦੇ ਹੈ। ਤੁਸੀਂ ਕਿੰਨੇ ਵੀ ਗੁਨਾਹਗਾਰ ਪਾਪੀ ਕਿਉਂ ਨਾ ਹੋਵੋ, ਯਿਸੂ ਮਸੀਹ ਤੁਹਾਡੇ ਹਰ ਇੱਕ ਗੁਨਾਹ ਤੋਂ ਤੁਹਾਨੂੰ ਆਜ਼ਾਦ ਕਰ ਸਕਦੇ ਹੈ। ਤੇ ਗੁੱਡ ਨਿਊਜ਼ ਫॉर ਯੂ ਟੁਡੇ ਮਾਈ ਫਰੈਂਡਸ, ਜੋ ਦੇਖ ਰਹੇ ਹੋ ਅੱਜ, ਕਿ ਡੋਂਟ ਡਿਲੇ, ਰਿਪੈਂਟ ਟੁਡੇ, ਟੁਮਾਰੋ ਮੇ ਨਾਟ ਬੀ ਯੂਰਸ। ਕੱਲ੍ਹ ਨੂੰ ਸ਼ਾਇਦ ਬਹੁਤ ਦੇਰ ਹੋ ਚੁੱਕੀ ਹੋਵੇ। ਅੱਜ ਯਿਸੂ ਮਸੀਹ ਦੇ ਕੋਲ ਆਈਏ, ਆਪਣੇ ਪਾਪਾਂ ਦਾ ਇਕਰਾਰ ਕਰੀਏ, ਉਹਨੂੰ ਆਪਣਾ ਮੁਕਤੀ ਦਾਤਾ ਕਰਕੇ ਕਬੂਲ ਕਰੀਏ ਤੇ ਉਹ ਤੁਹਾਡੇ ਸਾਰੇ ਪਾਪਾਂ ਤੋਂ ਤੁਹਾਨੂੰ ਛੁਟਕਾਰਾ ਦੇ ਸਕਦੇ ਹਨ, ਬਚਾ ਸਕਦੇ ਹਨ ਤੇ ਤੁਹਾਡਾ ਨਾਮ ਆਪਣੇ ਜੀਵਨ ਦੀ ਕਿਤਾਬ ਦੇ ਵਿੱਚ ਲਿਖ ਸਕਦੇ ਹਨ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਥੈਂਕ ਯੂ ਸਰ। ਇਜ਼ ਦੇयर ਐਨੀਥਿੰਗ ਐਲਸ? ਜੀ ਹੁਣ ਤੁਸੀਂ ਇੱਕ ਹੋਰ ਗਾਣਾ ਸਾਡੇ ਵਾਸਤੇ ਜੇ ਗਾ ਸਕਦੇ ਹਨ, ਜੇ ਟਾਈਮ ਹੈ ਤਾਂ ਜ਼ਰੂਰ ਗਾਇਆ ਜਾਵੇ। ਜੀ ਮੈਂ ਆਖਰ ਦੇ ਵਿੱਚ ਤੇਰੇ ਨਾਲ ਇੱਕ ਗੀਤ ਸਾਂਝੀ ਕਰਾਂਗਾ ਕਿ ਯਿਸੂ ਮਸੀਹ ਦਾਵਤ ਦੇ ਰਿਹਾ ਹੈ
ਕਿ ਯਿਸੂ ਕੋਲ ਬੰਦੇ ਜ਼ਿੰਦਗੀ ਤੋਂ ਪਾਏਗਾ। ਉਹ ਜ਼ਿੰਦਗੀ ਜੋ ਦੇਣ ਦੇ ਲਈ ਇਸ ਦੁਨੀਆ 'ਚ ਆਏ। ਤੇ ਲਓ ਸੁਣੀਏ। ਯਿਸੂ ਕੋਲ ਆ ਬੰਦੇ ਜ਼ਿੰਦਗੀ ਤੂੰ ਪਾਏਗਾ। ਜੇ ਨਾ ਕੀਤੀ ਤੌਬਾ ਸਿੱਧਾ ਨਰਕਾਂ ਨੂੰ ਜਾਏਗਾ। ਯਿਸੂ ਕੋਲ ਆ ਬੰਦੇ ਜ਼ਿੰਦਗੀ ਤੂੰ ਪਾਏਗਾ। ਜੇ ਨਾ ਕੀਤੀ ਤੌਬਾ ਸਿੱਧਾ ਨਰਕਾਂ ਨੂੰ ਜਾਏਗਾ। ਯਿਸੂ ਕੋਲ ਆ। ਜਾਨ ਯਿਸੂ ਤੇਰੇ ਲਈ ਗਵਾਈਏ। ਬੰਦਿਆ ਤੂੰ ਉਹਦੀ ਜ਼ਰਾ ਕਦਰ ਨਾ ਪਾਈਏ। ਸੂਲੀ ਉੱਤੇ ਜਾਨ ਯਿਸੂ ਤੇਰੇ ਲਈ ਗਵਾਈਏ। ਬੰਦਿਆ ਤੂੰ ਉਹਦੀ ਜ਼ਰਾ ਕਦਰ ਨਾ ਪਾਈਏ। ਆਪਣਾ ਬਣਾ ਲੈ ਉਹਨੂੰ ਨਹੀਂ ਤੇ ਪਛਤਾਏਗਾ। ਜੇ ਨਾ ਕੀਤੀ ਤੌਬਾ ਸਿੱਧਾ ਨਰਕਾਂ ਨੂੰ ਜਾਏਗਾ। ਯਿਸੂ ਕੋਲ ਆ। ਯਿਸੂ ਜਿਹਾ ਪਿਆਰ ਇੱਥੇ ਕੋਈ ਨਹੀਂ ਓ ਕਰਦਾ। ਕਿਸੇ ਦੇ ਗੁਨਾਹਾਂ ਲਈ ਕੋਈ ਨਹੀਂ ਓ ਮਾਰਦਾ। ਯਿਸੂ ਜਿਹਾ ਪਿਆਰ ਇੱਥੇ ਕੋਈ ਨਹੀਂ ਓ ਕਰਦਾ। ਕਿਸੇ ਦੇ ਗੁਨਾਹਾਂ ਲਈ ਕੋਈ ਨਹੀਂ ਓ ਮਾਰਦਾ। ਕਿਸੇ ਨੇ ਮਾਰ ਲਾਉਣਾ ਰਾਹ 'ਚ ਡੁੱਬ ਜਾਏਗਾ। ਜੇ ਨਾ ਕੀਤੀ ਤੌਬਾ ਸਿੱਧਾ ਨਰਕਾਂ ਨੂੰ ਜਾਏਗਾ। ਯਿਸੂ ਕੋਲ ਆ। ਯਿਸੂ ਦਾ ਪਿਆਰ ਕਦੀ ਦਿਲ ਚੋਂ ਭੁਲਾਈ ਨਾ। ਛੱਡ ਕੇ ਤੂੰ ਉਹਨੂੰ ਕਿਸੇ ਹੋਰ ਵੱਲ ਜਾਈ ਨਾ। ਯਿਸੂ ਦਾ ਪਿਆਰ ਕਦੀ ਦਿਲ ਚੋਂ ਭੁਲਾਈ ਨਾ। ਛੱਡ ਕੇ ਤੂੰ ਉਹਨੂੰ ਕਿਸੇ ਹੋਰ ਵੱਲ ਜਾਈ ਨਾ। ਹੋਰ ਕੇ ਦੇ ਦਰ ਤੋਂ ਜਾ ਕੇ ਭੁੱਲਾਂ ਬਖਸ਼ਾਏਗਾ। ਜੇ ਨਾ ਕੀਤੀ ਤੌਬਾ ਸਿੱਧਾ ਨਰਕਾਂ ਨੂੰ ਜਾਏਗਾ। ਯਿਸੂ ਕੋਲ ਆ।
ਜਿਨ੍ਹਾਂ ਨੇ ਕਲਾਮ ਉਹਦਾ ਦਿਲ 'ਚ ਵਸਾਇਆ ਏ, ਏਲੀਅਸ ਵਾਂਗੂ ਭੇਦ ਜ਼ਿੰਦਗੀ ਦਾ ਪਾਇਆ ਏ। ਜਿਨ੍ਹਾਂ ਨੇ ਕਲਾਮ ਉਹਦਾ ਦਿਲ 'ਚ ਵਸਾਇਆ ਏ, ਏਲੀਅਸ ਵਾਂਗੂ ਭੇਦ ਜ਼ਿੰਦਗੀ ਦਾ ਪਾਇਆ ਏ। ਮੰਨ ਲੈ ਕਲਾਮ ਉਹਦਾ ਨਹੀਂ ਤੇ ਪਛਤਾਏਗਾ, ਜੇ ਨਾ ਕੀਤੀ ਤੌਬਾ ਸਿੱਧਾ ਨਰਕਾਂ ਨੂੰ ਜਾਏਗਾ। ਯਸੂ ਕੋਲ ਆ ਬੰਦੇ ਜ਼ਿੰਦਗੀ ਤੂੰ ਪਾਏਗਾ, ਜੇ ਨਾ ਕੀਤੀ ਤੌਬਾ ਸਿੱਧਾ ਨਰਕਾਂ ਨੂੰ ਜਾਏਗਾ। ਯਸੂ ਕੋਲ ਆ। ਹਾਂਜੀ ਭੈਣ ਤੇ ਭਾਈਓ, ਅੱਜ ਦਾਵਤ ਜਿਹੜੀ ਯਿਸੂ ਮਸੀਹ ਦੀ ਵੱਲੋਂ ਹੈ, ਅੱਜ ਤੁਹਾਨੂੰ ਹੱਥ ਪਸਾਰ ਕੇ ਆਖ ਰਹੇ ਹਨ, ਉਹ ਦਾਵਤ ਦੇ ਰਹੇ ਹਨ ਕਿ ਮੇਰੇ ਕੋਲ ਆਓ ਤੇ ਮੈਂ ਤੈਨੂੰ ਮੁਕਤੀ ਦਾ ਦਾਨ ਦੇਵਾਂਗਾ। ਅੱਜ ਕਿਉਂਕਿ ਕਿਸੇ ਨੇ ਇਸ ਤਰ੍ਹਾਂ ਆਖਿਆ ਕਿ ਜ਼ਿੰਦਗੀ ਦਾ ਕੀ ਭਰੋਸਾ, ਜ਼ਿੰਦਗੀ ਦਾ ਕੀ ਭਰੋਸਾ, ਕਿਸ ਮੂਡ ਤੇ ਮੁੱਕ ਜਾਵੇ, ਚੰਦ ਦਾ ਕੀ ਪਤਾ ਕਦੋਂ ਬਦਲਾਂ ਛੁਪ ਜਾਵੇ। ਅੱਜ ਦਿਲ ਮਸੀਹ ਨੂੰ ਦੇ ਦੇ ਆਪਣਾ, ਕੌਣ ਜਾਣੇ ਕਦੋਂ ਸਾਹਾਂ ਦੀ ਡੋਰੀ ਟੁੱਟ ਜਾਵੇ। ਇਸ ਤੋਂ ਪਹਿਲਾਂ ਦੋਸਤੋ ਭੈਣ ਤੇ ਭਾਈਓ, ਇਹ ਵਕਤ ਆ ਜਾਵੇ, ਸਾਹਾਂ ਦੀ ਡੋਰੀ ਟੁੱਟ ਜਾਵੇ, ਇਹ ਬਦਨ ਤੈਨੂੰ ਜਵਾਬ ਦੇ ਜਾਵੇ। ਇਹ ਕੰਮ ਕਰਨਾ ਹੈ ਜਦੋਂ ਅੱਜ ਤੁਸੀਂ ਉਹਦਾ ਵਚਨ ਸੁਣਿਆ ਹੈ, ਜਦੋਂ ਅੱਜ ਯਿਸੂ ਮਸੀਹ ਦਾ ਕਲਾਮ ਸੁਣਿਆ ਹੈ, ਤੇ ਆਪਣੇ ਦਿਲਾਂ ਨੂੰ ਸਖਤ ਨਾ ਕਰੀਏ, ਉਹਨੂੰ ਆਪਣੇ ਜੀਵਨ ਦਾ ਮੁਕਤੀ ਦਾਤਾ ਕਰਕੇ ਕਬੂਲ ਕਰੀਏ। ਉਹ ਤੈਨੂੰ ਹਮੇਸ਼ਾ ਹਮੇਸ਼ਾ ਦੀ ਜ਼ਿੰਦਗੀ ਦਾ ਵਾਰਸ ਬਣਾ ਸਕਦੀ ਹਨ। ਪ੍ਰਭੂ ਤੈਨੂੰ ਬਹੁਤ ਸਾਰੀ ਬਰਕਤ ਦੇਵੇ। ਤੇ ਆਖਰ ਦੇ ਅਗਰ ਸੈਕਟਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਜੀ, ਮੈਂ ਸਿਰਫ ਤੁਹਾਡਾ ਥੈਂਕ ਯੂ ਅੱਜ ਕਰਨਾ ਚਾਹੁੰਦਾ ਹਾਂ, ਤੇ ਸਾਰੇ ਜਿਹੜੇ ਸਾਡੇ ਲਿਸਨਰ ਹਨ, ਜਿਹੜੇ ਸਾਨੂੰ ਸੁਣ ਰਹੇ ਹਨ, ਦੇਖ ਰਹੇ ਹਨ, ਉਹਨਾਂ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਵਕਤ ਇਸ ਪ੍ਰੋਗਰਾਮ ਨੂੰ ਦੇਖਿਆ। ਪਰ ਮੈਨੂੰ ਪੂਰੀ ਉਮੀਦ ਹੈ ਇਸ ਪ੍ਰੋਗਰਾਮ ਤੋਂ ਅੱਜ ਉਹ ਬਹੁਤ ਕੁਝ ਸਿੱਖਣਗੇ ਤੇ ਪਾਉਣਗੇ, ਤੇ ਆਪਣੀ ਜ਼ਿੰਦਗੀ ਦੇ ਬਾਰੇ ਆਪਣੀ ਜ਼ਿੰਦਗੀ ਦੇ ਜਿਹੜੇ ਰਸਤੇ ਹੈ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਨਗੇ। ਜਿਹੜੀ ਮੌਤ ਦੀ ਅੱਜ ਦੱਸਿਆ ਗਿਆ, ਮੌਤ ਦੇ ਬਾਰੇ, ਦੁਨਿਆਵੀ ਮੌਤ ਦੇ ਬਾਰੇ, ਦੂਸਰੀ ਮੌਤ ਦੇ ਬਾਰੇ, ਇਹਨਾਂ ਚੀਜ਼ਾਂ ਤੇ ਗੌਰ ਕੀਤਾ ਜਾਵੇਗਾ ਤੇ ਆਪ ਨੂੰ ਇਹ ਤੋਂ ਲਾਭ ਹੋਵੇਗਾ। ਤੇ ਇਸ ਤੋਂ ਜ਼ਿਆਦਾ ਜੇ ਆਪ ਲੋਕ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਇਹ ਜਾਣਕਾਰੀ ਲੀ ਰੋਡ ਤੇ ਚਰਚ ਹੈ, ਤੇ ਤੁਸੀਂ ਉਹਨਾਂ ਦਾ ਵੁਲਵਰਨਟਨ ਦੇ ਵਿੱਚ ਲੀ ਰੋਡ ਦੇ ਉੱਤੇ ਚਰਚ ਹੈ, ਤੇ ਤੁਸੀਂ ਉੱਥੇ ਜਾ ਕੇ ਤੁਸੀਂ ਆਪਣੇ ਟਾਈਮਿੰਗ ਜੇ ਚਰਚ ਦੀ ਦੱਸ ਦਿਓ ਤਾਂ ਜ਼ਿਆਦਾ ਬੈਟਰ। ਹਾਂ, ਦੁਪਹਿਰ ਨੂੰ 4 ਵਜੇ ਤੋਂ ਬਾਅਦ ਸ਼ੁਰੂ ਹੁੰਦੀ ਹੈਗੀ ਹੈ, ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੋਵੇਗਾ, ਵੈਲਕਮ ਹੋਵੇਗਾ। God bless you. Thank you very much, and we'll see you next week again. God bless you. Jai Masihi. Jai Masihi.